ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਬਸ ਸੋ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਆਏ ਹੋ ਬਰਫ਼ ਵੀ ਨਾਲ ਹੀ ਲੈ ਆਏ? ਨਹੀਂ ਜੀ, ਐਕਚੁਅਲੀ ਅਸੀਂ ਨਹੀਂ ਲੈ ਕੇ ਆਏ, ਤਾਂ ਕੁਦਰਤ ਦੇ ਕਮਾਲ ਨੇ ਜੀ, ਇਹ ਕੁਦਰਤ ਦੇ ਰੰਗ ਨੇ। ਸਰਦਾਰ ਸਾਹਿਬ, ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਜਿਹੜੀ ਹਾਕੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਐਕਚੁਅਲੀ ਪਿੰਡ ਤੋਂ ਵੀ ਸ਼ੁਰੂ ਹੋਈ ਹੈ, ਥੋੜ੍ਹੀ ਜਿਹੀ ਫਿਰ ਕੈਲਕਟਾ ਸਿਟੀ ਤੋਂ ਸ਼ੁਰੂ ਹੋਈ ਹੈ। ਜ਼ਿਆਦਾ ਜਿਹੜਾ ਜਨਰਲ ਗਰੋ ਜਿਹੜਾ ਮਿਲਿਆ ਹੈਗਾ ਮੈਨੂੰ, ਗਰੋਥ ਆਈ ਹੈ ਐਕਚੁਅਲ, ਉਹ ਬੈਂਗਲੌਰ ਤੋਂ ਆਈ ਹੈ। ਠੀਕ ਹੈ ਜੀ, ਉਦੋਂ ਮੈਂ ਹਾਕੀ ਨੂੰ ਹੱਥ ਨਹੀਂ ਲਾਇਆ। ਇਹ ਮੇਰਾ ਸਫ਼ਰ ਸੀਗਾ 2005 ਤੋਂ ਲੈ ਕੇ 2008 ਤੱਕ ਦਾ। 3 ਸਾਲ ਮੈਂ ਹਾਕੀ ਨੂੰ ਹੱਥ ਨਹੀਂ ਲਾਇਆ। ਉਹਦੇ 2008 ਤੋਂ ਬਾਅਦ ਫਿਰ ਵਾਪਸ ਹਾਕੀ ਨੂੰ ਸ਼ੁਰੂ ਕੀਤਾ, ਵਾਪਸ ਇੱਥੇ ਓਨਟਾਰੀਓ ਵਿੱਚ ਕਲੱਬਸ ਦੇ ਵਿੱਚ ਖੇਡਣਾ ਸ਼ੁਰੂ ਕੀਤਾ। ਉੱਥੋਂ ਮੇਰੀ ਉਹਦੇ ਕਹਿਣ ਨੂੰ ਜ਼ਿੰਦਗੀ ਦੁਬਾਰਾ ਹਾਕੀ 'ਚ ਸ਼ੁਰੂ ਹੋਈ। ਟਾਈਮ ਜਦੋਂ ਵੀ ਮੈਨੂੰ ਟਾਈਮ ਮਿਲਦਾ ਸੀ ਕੰਮ 'ਤੇ ਜਾਣਾ ਜਾਂ ਕੰਮ 'ਤੇ ਆਉਣਾ, ਉਹ ਮੇਰਾ ਟਰੈਵਲਿੰਗ ਟਾਈਮ ਬੱਸਾਂ ਦਾ ਨਹੀਂ ਹੁੰਦਾ ਸੀ, ਉਹ ਮੇਰੀ ਲੱਤਾਂ ਦਾ ਹੁੰਦਾ ਸੀ। ਮਤਲਬ ਜਿੱਥੇ ਵੀ ਤੁਸੀਂ ਜਾਣਾ ਆ ਤਾਂ ਤੁਸੀਂ ਬੱਸ ਦਾ ਯੂਜ਼ ਨਹੀਂ ਕਰਨਾ, ਬਸ ਤੁਰ ਕੇ ਜਾਣਾ ਜਾਂ ਭੱਜ ਕੇ ਜਾਣਾ। ਵੀਰ ਜੀ ਦੇਖੋ, ਚੈਲੰਜਸ ਹਰ ਇਨਸਾਨ ਦੀ ਜ਼ਿੰਦਗੀ 'ਚ ਹੁੰਦੇ ਆ। ਜੋ ਕੁਛ ਮਰਜ਼ੀ ਤੁਸੀਂ ਲਾ ਲਓ, ਐਨੀਵੇਅਰ ਐਨੀ ਟਾਈਮ ਹੈ, ਬਟ ਇਹੀ ਹੁੰਦਾ ਹੈ ਕਿ ਉਸ ਚੈਲੰਜ ਨੂੰ ਤੁਸੀਂ ਪੋਜ਼ੀਟਿਵ ਵੇ ਨਾਲ ਕਿਵੇਂ ਲੈਂਦੇ ਹੋ। ਓਲੰਪਿਕਸ ਤੋਂ ਪਹਿਲਾਂ ਆਹੀ ਇੱਕ ਮੇਜਰ ਟੂਰਨਾਮੈਂਟ ਸੀਗਾ ਜਿਹੜਾ ਕਿ ਮੇਰੇ ਵਾਸਤੇ ਬਹੁਤ ਅਹਿਮੀਅਤ ਰੱਖਦਾ ਸੀਗਾ, ਓਲੰਪਿਕ ਦੇ ਵਿੱਚ ਜਾਣ ਵਾਸਤੇ। ਉਹ ਜਿਹੜਾ ਟੂਰਨਾਮੈਂਟ ਸੀ ਉਹ ਹਰ ਸਮੇਂ ਮੈਂ ਭੁੱਲਦਾ ਨਹੀਂ ਗਾ, ਕਿਉਂਕਿ ਉਸ ਟੂਰਨਾਮੈਂਟ ਦੇ ਕਾਰਨ ਹੀ ਮੇਰਾ ਜਿਹੜਾ ਸਫ਼ਰ ਸੀਗਾ ਓਲੰਪਿਕਸ ਦਾ ਉਹ ਪੂਰਾ ਹੋਇਆ। ਔਰ ਤੁਸੀਂ ਕਹਿ ਸਕਦੇ ਮੇਰੀ ਡ੍ਰੀਮ ਜਿਹੜੀ ਸੀਗੀ। ਉਵੇਂ ਹੀ ਜੇ ਤੁਹਾਡਾ ਕੋਈ ਡ੍ਰੀਮ ਹੈਗਾ, ਉਹਨੂੰ ਪ੍ਰੋਟੈਕਟ ਕਰਕੇ ਰੱਖੋ। ਅੱਜ ਨਹੀਂ, ਕੱਲ੍ਹ ਨਹੀਂ, ਭਲਕੇ ਉਹ ਤੁਹਾਨੂੰ ਵਾਪਸ ਉਸ ਜ਼ਿੰਦਗੀ 'ਚ ਆਊਗਾ 100% ਮਿਲੂਗਾ। ਉਹਨੂੰ ਕਹੋ ਆਪਣੇ ਆਪ ਨੂੰ ਇੰਨਾ ਗ੍ਰਾਈਂਡ ਕਰ ਲਓ ਕਿ ਇੰਨਾ ਸ਼ਾਈਨ ਕਰ ਲਓ ਕਿ ਉਹ ਤੁਸੀਂ ਆਪਣੇ ਆਪ ਹੀ ਦਿਖੋ। ਦਾ ਪੰਜਾਬ ਟਾਕਸ ਨਾਲ ਜੁੜ ਗਏ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਹਰਮਨਪ੍ਰੀਤ ਸਿੰਘ। ਸੋ ਸਾਡੇ ਨਾਲ ਅੱਜ ਸਰਦਾਰ ਜਗਦੀਸ਼ ਸਿੰਘ ਗਿੱਲ ਹੁਣੀ ਨੇ ਜੀ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਫੀਲਡ ਹਾਕੀ ਦੇ ਵਿੱਚ ਕੈਨੇਡਾ ਨੂੰ ਰਿਪਰੈਜ਼ੈਂਟ ਓਲੰਪਿਕ ਦੇ ਵਿੱਚ ਕਰ ਚੁੱਕੇ ਨੇ ਸਰਦਾਰ ਸਾਹਿਬ ਹੁਣੀ। ਆਓ ਸਰਦਾਰ ਸਾਹਿਬ ਹੁਣਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰਦਾਰ ਸਾਹਿਬ, ਨਿੱਘਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਦਾ ਪੰਜਾਬ ਟਾਕਸ ਦੇ ਵਿਹੜੇ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਨਾਲ ਆ ਕੇ ਮਿਲੇ ਜੀ, ਤੁਸੀਂ ਸਾਨੂੰ ਇਨਵਾਈਟ ਕੀਤਾ ਇਸ ਟਾਕ ਸ਼ੋਅ ਵਾਸਤੇ ਜੀ। ਸੋ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਆਏ ਹੋ ਬਰਫ਼ ਵੀ ਨਾਲ ਹੀ ਲੈ ਆਏ? ਨਹੀਂ ਜੀ, ਐਕਚੁਅਲੀ ਅਸੀਂ ਨਹੀਂ ਲੈ ਕੇ ਆਏ, ਤਾਂ ਕੁਦਰਤ ਦੇ ਕਮਾਲ ਨੇ ਜੀ, ਇਹ ਕੁਦਰਤ ਦੇ ਰੰਗ ਨੇ, ਇਹ ਤਾਂ ਉਹਨਾਂ ਨੇ ਕਰਨਾ। ਆਪਾਂ ਤਾਂ ਕੁਝ ਲੈ ਕੇ ਨਾ ਕੁਝ ਲੈ ਕੇ ਆਏ, ਨਾ ਹੀ ਕੁਝ ਲੈ ਕੇ ਜਾਣਾ ਜੀ। ਸੋ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਰਦਾਰ ਸਾਹਿਬ, ਪੰਜਾਬੀਆਂ ਨੇ ਮੱਲਾਂ ਮਾਰੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਜੇਕਰ ਆਪਾਂ ਗੱਲ ਕਰਦੇ ਹਾਂ ਸਿਆਸਤ ਤੋਂ ਸ਼ੁਰੂ ਕਰਦੇ ਹਾਂ, ਸਿਆਸਤ ਵਿੱਚ ਬਹੁਤ ਸਾਰੇ ਪੰਜਾਬੀ ਸਾਡੇ ਵੱਖ-ਵੱਖ ਵੱਡੇ ਮੁਲਕਾਂ ਦੇ ਵਿੱਚ ਅੱਜ ਵੀ ਮੌਜੂਦ ਨੇ। ਸੋ ਸਪੋਰਟਸ ਦੇ ਵਿੱਚ ਅੱਜ ਮੈਂ ਦੇਖਿਆ ਕਿ ਇੱਕ ਇੰਟਰਨੈਸ਼ਨਲ ਖਿਲਾੜੀ ਕੈਨੇਡਾ ਦੀ ਟੀਮ ਦੇ ਵਿੱਚ ਨੈਸ਼ਨਲ ਲੈਵਲ 'ਤੇ ਜਿਹੜੇ ਖੇਡੇ ਆ, ਨੈਸ਼ਨਲ ਟੀਮ ਦੇ ਵਿੱਚ ਨੇ। ਮੈਨੂੰ ਪਹਿਲੇ ਤੁਸੀਂ ਮਿਲੇ ਹੋ, ਮੈਨੂੰ ਬੜਾ ਹੈਰਾਨੀ ਵੀ ਹੋਈ ਹੈ ਕਿ ਸਾਡੇ ਸਰਦਾਰ ਜਿਹੜੇ ਭਰਾ ਨੇ, ਉਹਨਾਂ ਨੇ ਸਿਰਫ ਇੰਡੀਆ ਦੇ ਵਿੱਚ ਹਾਕੀ ਨੂੰ ਨਹੀਂ ਸਾਂਭਿਆ, ਬਲਕਿ ਕੈਨੇਡਾ ਦੇ ਵਿੱਚ ਵੀ ਉਹਨਾਂ ਨੇ ਹਾਕੀ ਨੂੰ ਆ ਕੇ ਸਾਂਭਿਆ। ਸੋ ਆਪਾਂ ਗੱਲਬਾਤ ਕਰਾਂਗੇ ਇਸ ਸਫ਼ਰ ਦੀ, ਇਹ ਹਾਕੀ ਨੂੰ ਸਾਂਭਣ ਦੇ ਸਫ਼ਰ ਦੀ। ਪਹਿਲਾਂ ਤਾਂ ਇਹ ਦੱਸੋ ਵੀ ਜਿਹੜੀ ਇੰਡੀਆ ਦੇ ਵਿੱਚ ਸ਼ੁਰੂਆਤ ਹੁੰਦੀ ਹੈ ਹਾਕੀ ਦੀ ਤੁਹਾਡੇ ਲਈ, ਜਾਂ ਫਿਰ ਕੈਨੇਡਾ 'ਚ ਆ ਕੇ ਹਾਕੀ ਸਟਿਕ ਹੱਥ 'ਚ ਆਈ? ਨਹੀਂ ਜੀ, ਇੰਡੀਆ ਤੋਂ ਹੀ ਸ਼ੁਰੂ ਹੋਈ ਵੀ ਹੈ ਜੀ। ਐਕਚੁਅਲੀ ਜੇ ਦੇਖਿਆ ਜਾਵੇ, ਮੇਰਾ ਪਿਛੋਕੜ ਹੈਗਾ ਜੀ ਪਿੰਡ ਮਾਣੂਕੇ, ਆਪਣਾ ਜ਼ਿਲ੍ਹਾ ਮੋਗਾ, ਜਿੱਥੇ ਆਪਣੇ ਫਾਦਰ ਸਾਹਿਬ ਸੀ, ਪਰ ਆਪਣੇ ਜਿਹੜਾ ਜਨਮ ਸਥਾਨ ਸੀ ਉਹ ਕੈਲਕਟਾ ਹੈਗਾ, ਵੈਸਟ ਬੰਗਾਲ ਜੀ। ਠੀਕ ਹੈ ਜੀ। ਜੰਪਲ ਉੱਥੋਂ ਦੀ ਸੀ, ਉੱਥੋਂ ਫਿਰ ਬੈਂਗਲੌਰ ਵੀ ਹੈਗੀ ਹੈ ਜੰਪਲ ਸਾਡੀ। ਫਿਰ ਉਹਦੇ ਬਾਅਦ ਦਾ ਪ੍ਰੋਸੈਸ ਹੈਗਾ ਕੈਨੇਡਾ ਦਾ।
ਠੀਕ ਹੈ ਜੀ। ਪਰ ਜਿਹੜੀ ਹਾਕੀ ਜਿਹੜੀ ਸ਼ੁਰੂਆਤ ਹੈਗੀ ਆ ਉਹ ਐਕਚੁਅਲੀ ਪਿੰਡ ਤੋਂ ਵੀ ਸ਼ੁਰੂ ਹੋਈ ਹੈ ਥੋੜ੍ਹੀ ਜਿਹੀ ਫਿਰ ਕੈਲਕਟਾ ਸਿਟੀ ਤੋਂ ਵੀ ਸ਼ੁਰੂ ਹੋਈ ਹੈ। ਜ਼ਿਆਦਾ ਜਿਹੜਾ ਜਨਰਲ ਗਰੋ ਜਿਹੜਾ ਮਿਲਿਆ ਹੈਗਾ ਮੈਨੂੰ ਗਰੋਥ ਆਈ ਹੈ ਐਕਚੁਅਲ ਉਹ ਬੈਂਗਲੌਰ ਤੋਂ ਆਈ ਹੈ। ਠੀਕ ਹੈ ਜੀ। ਉੱਥੋਂ ਐਕਸਲੈਂਸੀ ਰਿਪਰੈਜ਼ੈਂਟ ਕੀਤਾ ਜਿਹੜੀ ਸਪੋਰਟਸ ਅਥਾਰਟੀ ਜਿਹੜੀ ਪਟਿਆਲਾ ਵੀ ਹੈਗੀ ਆ NIS ਉੱਥੇ ਵੀ ਹੈਗੀ ਹੈ। ਹਾਂਜੀ, ਉੱਥੋਂ ਐਕਚੁਅਲ ਜਿਹੜਾ ਕਿੱਕ ਹੈਗਾ ਲਾਈਫ ਦਾ ਉੱਥੋਂ ਬਿਗਿਨ ਹੋਇਆ ਹੈਗਾ। ਕਿਹੜੀ ਸਟੇਟ ਲਈ ਇੰਡੀਆ 'ਚ ਤੁਸੀਂ ਪਰਫਾਰਮ ਕਰਦੇ ਸੀ? ਵੈਸਟ ਬੰਗਾਲ ਵਿੱਚ ਹੀ ਆਲਵੇਜ਼ ਮੈਂ ਰਿਪਰੈਜ਼ੈਂਟ ਕੀਤਾ ਸੀ ਜੀ। ਉੱਥੇ ਫਿਰ ਕੀ ਪਰਫਾਰਮੈਂਸ ਤੁਹਾਡੀ ਰਹੀ? ਆਲਵੇਜ਼ ਜਦੋਂ ਵੈਸਟ ਬੰਗਾਲ ਨੂੰ ਰਿਪਰੈਜ਼ੈਂਟ ਕੀਤਾ ਸੀਗਾ, ਜੇ ਤੁਸੀਂ ਰੈਂਕਿੰਗ ਵਾਈਜ਼ ਦੇਖੀਏ ਇੰਨੀ ਜ਼ਿਆਦਾ ਰੈਂਕਿੰਗ ਟੌਪ 'ਚ ਨਹੀਂ ਹੈਗੀ ਵੈਸਟ ਬੰਗਾਲ ਦੀ, ਕਿਉਂਕਿ ਇੰਨੀ ਜ਼ਿਆਦਾ ਉੱਥੇ ਹਾਕੀ ਆਪਣੀ ਇੰਨੀ ਜ਼ਿਆਦਾ ਮਸ਼ਹੂਰ ਨਹੀਂ ਹੈਗੀ। ਬਟ ਇਨ ਦ ਸੈਂਸ ਜੇ ਤੁਸੀਂ ਦੇਖਿਆ ਜਾਵੇ ਇਨ ਅ ਗਰੁੱਪ ਐਜ਼ ਅ ਟੀਮ ਲੀਡਰ ਆਈ ਵਾਜ਼ ਦ ਪਰਫਾਰਮਿੰਗ ਲਾਈਕ ਇਨ ਅ ਆਊਟਰ ਵੇ ਯੂ ਕੈਨ ਸੇ ਦੈਟ ਆਪਾਂ ਬੰਦਾ ਐਕਸੈਪਸ਼ਨਲ ਦਿਖਦਾ ਸੀਗਾ। ਦੈਟ ਵਾਜ਼ ਮੀ। ਓਕੇ, ਸੋ ਇੰਡੀਆ ਤੋਂ ਆਉਂਦੇ ਹਾਕੀ ਫਿਰ ਨਾਲੇ ਕੈਨੇਡਾ ਹੀ ਚੱਕ ਲਿਆ? ਇਹ ਤਾਂ ਜੀ ਸੱਚੀ ਗੱਲ ਦੱਸਾਂ, ਮੈਂ ਜਦੋਂ ਇੰਡੀਆ ਤੋਂ ਛੱਡੀ ਸੀਗੀ, ਆਪਣਾ ਇੰਡੀਆ ਜਦੋਂ ਛੱਡਿਆ ਸੀਗਾ ਮੈਂ ਵੀ ਇੱਥੇ ਇੰਟਰਨੈਸ਼ਨਲ ਸਟੂਡੈਂਟ ਵਾਂਗੂ ਆਇਆ ਸੀ ਕੈਨੇਡਾ ਵਿੱਚ ਹੀ, ਅਤੇ ਉਦੋਂ ਮੈਂ ਛੱਡ ਕੇ ਆਇਆ ਸੀ ਹਾਕੀ। ਉਦੋਂ ਮੈਂ ਐਕਚੁਅਲੀ ਉਦੋਂ ਪਹਿਲਾਂ ਇੱਕ ਕੈਂਪ ਸੀਗਾ ਆਪਣੇ ਜੂਨੀਅਰ ਇੰਡੀਆ ਦਾ, ਉਹ ਅਟੈਂਡ ਕੀਤਾ ਸੀਗਾ। ਉਹਦੇ ਬਾਅਦ ਜਦੋਂ ਮੈਂ ਉੱਥੋਂ ਛੱਡ ਕੇ ਫਿਰ ਵਾਪਸ ਇੱਥੇ ਆਇਆ ਉਦੋਂ ਮੈਂ ਹਾਕੀ ਨੂੰ ਹੱਥ ਨਹੀਂ ਲਾਇਆ। ਇਹ ਮੇਰਾ ਸਫ਼ਰ ਸੀਗਾ 2005 ਤੋਂ ਲੈ ਕੇ 2008 ਤੱਕ ਦਾ, 3 ਸਾਲ ਮੈਂ ਹਾਕੀ ਨੂੰ ਹੱਥ ਨਹੀਂ ਲਾਇਆ। ਉਹਦੇ 2008 ਤੋਂ ਬਾਅਦ ਫਿਰ ਵਾਪਸ ਹਾਕੀ ਨੂੰ ਸ਼ੁਰੂ ਕੀਤਾ, ਵਾਪਸ ਇੱਥੇ ਓਨਟਾਰੀਓ ਵਿੱਚ ਕਲੱਬਸ ਦੇ ਵਿੱਚ ਖੇਡਣਾ ਸ਼ੁਰੂ ਕੀਤਾ। ਉੱਥੋਂ ਮੇਰੀ ਉਹਦੇ ਕਹਿਣ ਜ਼ਿੰਦਗੀ ਦੁਬਾਰਾ ਹਾਕੀ 'ਚ ਸ਼ੁਰੂ ਹੋਈ। ਬਹੁਤ ਸਾਰੇ ਸਵਾਲ ਇਸ ਵੇਲੇ ਹੁਣ ਮੇਰੇ ਮਨ ਦੇ ਵਿੱਚ ਘਰ ਕਰ ਗਏ ਤੁਹਾਡੀ ਇਹ 3 ਸਾਲਾਂ ਵਾਲੀ ਗੱਲ ਸੁਣ ਕੇ। ਸੋ ਪਹਿਲਾ ਸਵਾਲ ਹੀ ਇਹ ਹੈ ਕਿ ਇੱਕ ਸਪੋਰਟਸ ਪਰਸਨ ਦੇ ਲਈ ਆਪਣੀ ਫਿਟਨੈਸ ਨੂੰ ਕਾਇਮ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ। ਫਿਰ ਉਹ 3 ਸਾਲਾਂ ਦਾ ਗੈਪ, ਇੱਕ ਨੈਸ਼ਨਲ ਖਿਡਾਰੀ ਜਿਹੜਾ ਕਿ ਇੰਡੀਆ ਦੇ ਵਿੱਚ ਹਾਕੀ ਛੱਡ ਕੇ ਆ ਜਾਂਦਾ, 3 ਸਾਲ ਇੱਥੇ ਆ ਕੇ ਉਹ ਹਾਕੀ ਨੂੰ ਹੱਥ ਵੀ ਨਹੀਂ ਲਾਉਂਦਾ, ਫਿਰ ਉਹ ਜਿਹੜੀ ਮੇਨਟੇਨੈਂਸ ਸੀ ਉਹਨੂੰ ਕਵਰ ਕਿਵੇਂ ਕੀਤਾ ਤੁਸੀਂ 3 ਸਾਲ ਬਾਅਦ? ਜੀ ਮੇਨਟੇਨੈਂਸ ਗੱਲ ਇਹ ਹੋ ਜਾਂਦੀ ਹੈ ਕਿ ਆਪਾਂ ਆਪਣੀ ਲਾਈਫ ਵਿੱਚ ਡਿਸਿਪਲਿਨ ਕਿੰਨੇ ਹੈਗੇ, ਔਰ ਆਪਣੇ ਗੁਰੂ ਸਾਹਿਬ ਨੇ ਬਹੁਤ ਕੁਛ ਦਿੱਤਾ ਆਪਾਂ ਨੂੰ। ਉਹਨਾਂ ਨੂੰ ਜੇ ਆਪਾਂ ਦੇਖਿਆ ਜਾਈਏ ਤਾਂ ਆਪਾਂ ਬਹੁਤ ਕੁਝ ਸਿੱਖਦੇ ਹਾਂ ਉਹਨਾਂ ਦੀ ਜ਼ਿੰਦਗੀ 'ਚ। ਉਹਨਾਂ ਦਾ ਡਿਸਿਪਲਿਨ ਕਿੰਨਾ ਵੱਡਾ ਸੀਗਾ, ਉਹਨੇ ਡੈਡੀਕੇਸ਼ਨ। ਆਪਾਂ ਤਾਂ ਸਿਰਫ ਆਪਣੀ ਲਾਈਫ ਨੂੰ ਡੈਡੀਕੇਟ ਕਰਦੇ ਹਾਂ, ਆਪਣੀ ਜ਼ਿੰਦਗੀ। ਉਹਨਾਂ ਨੇ ਬਹੁਤ ਕੁਛ ਕੀਤਾ ਜਿਹੜਾ ਕਿ ਆਪਾਂ ਆਪਣੇ ਲਫ਼ਜ਼ਾਂ 'ਚੋਂ ਕਹਿ ਨਹੀਂ ਸਕਦੇ। ਠੀਕ ਹੈ ਜੀ। ਉਹ ਡਿਸਿਪਲਿਨ ਉੱਥੋਂ ਹੀ ਇੱਕ ਚੀਜ਼, ਇੱਕ ਫਾਇਰ ਕਹਿੰਦੇ ਹੋ ਤੁਸੀਂ, ਇੱਕ ਡਿਸਿਪਲਿਨ ਕਹਿ ਦਿਓ, ਉਸ ਨੂੰ ਮੇਨਟੇਨ ਕਰਨਾ ਦੈਟ ਵਾਜ਼ ਦ ਬਿਗ ਚੈਲੰਜਿੰਗ ਵਨ। ਪਰ ਉਹ ਉਸ ਸਮੇਂ ਮੈਂ ਕੀਤਾ ਇਨ ਦ ਸੈਂਸ, ਫੋਰ ਐਗਜ਼ਾਮਪਲ ਤੁਸੀਂ ਵੀ ਜੇ ਦੇਖੋ ਇੰਟਰਨੈਸ਼ਨਲ ਸਟੂਡੈਂਟ ਦੀ ਜ਼ਿੰਦਗੀ ਟਫ। ਬਿਲਕੁਲ। ਫੋਰ ਐਗਜ਼ਾਮਪਲ ਮੇਰੀ ਜਿਹੜੀ ਪਾਸਟ ਹਿਸਟਰੀ ਆ ਮੀਡੀਓਕਰ ਫੈਮਿਲੀ ਵਿੱਚ ਸੀਗੀ, ਮਿਡਲ ਕਲਾਸ ਫੈਮਿਲੀ ਵਿੱਚੋਂ ਆਏ ਸੀ। ਇਟਸ ਨਾਟ ਲਾਈਕ ਵੈਲ ਪੇ ਆਫ। ਇੱਥੇ ਆ ਕੇ ਜਦੋਂ ਲਾਈਫ ਦਾ ਸ਼ੁਰੂਆਤ ਕੀਤੀ ਇਟ ਵਾਜ਼ ਟਫ, ਕਿਉਂਕਿ ਤੁਹਾਨੂੰ ਆਪ ਦੀ ਟਿਊਸ਼ਨ ਫੀਸ ਹੁੰਦੀਆਂ ਹੈਗੀਆਂ, ਤੁਹਾਨੂੰ ਆਪ ਦੇ ਕੰਮ ਕਰਨੇ, ਐਕਸਪੈਂਸਿਸ ਹੁੰਦੇ ਆ, ਸਾਰਾ ਕੁਛ ਕਵਰ ਕਰਨਾ। ਇਨ ਦ ਮੀਨ ਟਾਈਮ ਜਦੋਂ ਵੀ ਮੈਨੂੰ ਟਾਈਮ ਮਿਲਦਾ ਸੀ ਕੰਮ 'ਤੇ ਜਾਣਾ ਜਾਂ ਕੰਮ 'ਤੇ ਆਉਣਾ, ਉਹ ਮੇਰਾ ਟਰੈਵਲਿੰਗ ਟਾਈਮ ਬੱਸਾਂ ਦਾ ਨਹੀਂ ਹੁੰਦਾ ਸੀ, ਉਹ ਮੇਰੀ ਲੱਤਾਂ ਦਾ ਹੁੰਦਾ ਸੀ। ਮਤਲਬ ਜਿੱਥੇ ਵੀ ਤੁਸੀਂ ਜਾਣਾ ਆ ਤਾਂ ਤੁਸੀਂ ਬੱਸ ਦਾ ਯੂਜ਼ ਨਹੀਂ ਕਰਨਾ, ਬਸ ਤੁਰ ਕੇ ਜਾਣਾ ਜਾਂ ਭੱਜ ਕੇ ਜਾਣਾ। ਕੀ ਬਾਤ ਹੈ। ਹਾਂਜੀ। ਅਤੇ ਕਿੰਨਾ ਕਿਲੋਮੀਟਰ ਦਾ ਫਿਰ ਗੈਪ ਹੁੰਦਾ ਸੀ ਉਹ? ਡਿਪੈਂਡ ਕਰਦਾ ਕਈ ਵਾਰੀ, ਕਿਉਂਕਿ ਉਦੋਂ ਅਸੀਂ ਏਜੰਸੀ ਥਰੂ ਕੰਮ ਕਰਦੇ ਹੁੰਦੇ ਸੀ। ਕਈ ਵਾਰੀ ਏਜੰਸੀਜ਼ ਕਿਤੇ ਦੂਰ ਭੇਜ ਦਿੰਦੀ ਹੁੰਦੀ ਸੀ, ਕਈ ਵਾਰੀ ਏਜੰਸੀ ਲਾਗੇ। ਜਦੋਂ ਲਾਗੇ ਹੁੰਦੀ ਸੀ ਉਦੋਂ ਸਾਨੂੰ ਪਤਾ ਹੁੰਦਾ ਸੀ ਕਿ ਇੱਥੇ ਹੈਗੇ ਆ, ਇੰਨੀ ਮੇਰੀ ਰੇਂਜ ਹੈਗੀ ਆ, ਇੱਥੇ ਤੱਕ ਮੈਂ ਜਾ ਤੇ ਆ ਸਕਦਾ, ਮੈਂ ਭੱਜ ਕੇ ਆਉਣਾ। ਹਾਂਜੀ। ਕੀ ਬਾਤ ਹੈ। ਸੇਫਟੀ ਸ਼ੂਜ਼ ਪਾਏ ਹੁੰਦੇ ਸੀ ਕਿ ਸੇਫਟੀ ਸ਼ੂਜ਼ ਚਾਹੀਦੇ ਹੁੰਦੇ, ਸੇਫਟੀ ਸ਼ੂਜ਼ 'ਤੇ ਆਈ ਜਾਂਦੇ ਸੀ। ਠੀਕ ਹੈ। ਸੋ ਮੇਰੇ ਦੂਜੇ ਸਵਾਲ ਦਾ ਵੈਸੇ ਤੁਸੀਂ ਜਵਾਬ ਦੇ ਹੀ ਦਿੱਤਾ ਇਹਦੇ ਵਿੱਚ ਐਡ ਆਨ ਕਰਕੇ। ਮੈਂ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਇੰਟਰਨੈਸ਼ਨਲ ਸਟੂਡੈਂਟਸ ਲਈ ਬਹੁਤ ਔਖਾ ਹੋ ਜਾਂਦਾ ਆਪਣੀਆਂ ਫੀਸਾਂ ਕੱਢਣੀਆਂ, ਘਰ ਦੇ ਰੈਂਟ ਦੇਣੇ, ਹੈ ਨਾ। ਸੋ GIC ਵੀ ਕਿਤੇ ਨਾ ਕਿਤੇ ਚਲੋ ਸਾਥ ਛੱਡ ਜਾਂਦੀ ਹੈ। ਹਾਂਜੀ ਹਾਂਜੀ। ਤਾਂ ਫਿਰ ਉਹ ਤੁਸੀਂ ਆਪ ਹੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਮੇਨਟੇਨ ਇਹ ਸਾਰਾ ਕੁਛ ਕੀਤਾ। ਸੋ ਪਹਿਲਾਂ ਤਾਂ ਬੜੀ ਖੁਸ਼ੀ ਵੀ ਹੋਈ ਮੈਨੂੰ ਦੇਖਿਆ ਨਾ ਜਦੋਂ ਤੁਹਾਨੂੰ ਕਿ ਸਰਦਾਰ ਸਾਹਿਬ ਪੂਰੇ ਦਾੜਾ ਖੁੱਲ੍ਹਾ ਛੱਡਿਆ ਹੋਇਆ, ਪੂਰੇ ਸਿੱਖੀ ਸਰੂਪ ਦੇ ਵਿੱਚ ਨੇ, ਹੈ ਨਾ। ਉਹ ਵੀ ਇਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਜਿੱਥੇ ਅਸੀਂ ਇੱਕ ਚੈਲੰਜ ਹੋ ਜਾਂਦਾ ਮੈਂ ਕਹਿੰਦਾ ਸਾਡੇ ਲਈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇੱਥੋਂ ਦੇ ਜੀਵਨ ਦੇ ਨਾਲ ਆਪਣੀ ਸਿੱਖੀ ਨੂੰ ਵੀ ਸੰਭਾਲ ਕੇ ਰੱਖਣਾ, ਹੈ ਨਾ। ਬਹੁਤ ਸੋਹਣਾ ਲੱਗਿਆ ਸਾਨੂੰ ਕਿ ਤੁਸੀਂ ਸਿੱਖੀ ਸਰੂਪ ਸਾਂਭ ਕੇ ਰੱਖਿਆ। ਅਤੇ ਕਦੇ ਇਸ ਸਿੱਖੀ ਸਰੂਪ ਕਰਕੇ ਕੋਈ ਵੱਧ ਘੱਟ ਤਾਂ ਨਹੀਂ ਸੁਣਨੀ ਪਈ ਕਦੇ ਕਿਸੇ ਦੇ ਕੋਲੋਂ ਵੀ, ਕਿਉਂਕਿ ਤੁਸੀਂ ਇੱਕ ਨੈਸ਼ਨਲ ਟੀਮ ਦੇ ਵਿੱਚ ਕੈਨੇਡਾ ਦੀ ਪਰਫਾਰਮ ਕਰ ਰਹੇ ਸੀ, ਵੱਖ-ਵੱਖ ਰੀਜਨਸ ਤੋਂ ਲੋਕ ਆਪਸ ਖਿਡਾਰੀ ਮਾਫ ਕਰਨਾ ਟੀਮ ਦੇ ਵਿੱਚ ਹੁੰਦੇ ਆ। ਹਾਂਜੀ ਵੀਰ ਜੀ, ਦੇਖੋ ਚੈਲੰਜਸ ਹਰ ਇਨਸਾਨ ਦੀ ਜ਼ਿੰਦਗੀ 'ਚ ਹੁੰਦੇ ਆ, ਜੋ ਕੁਛ ਮਰਜ਼ੀ ਤੁਸੀਂ ਲਾ ਲਓ, ਐਨੀਵੇਅਰ ਐਨੀ ਟਾਈਮ। ਬਟ ਇਹੀ ਹੁੰਦਾ ਹੈ ਕਿ ਉਸ ਚੈਲੰਜ ਨੂੰ ਤੁਸੀਂ ਪੋਜ਼ੀਟਿਵ ਵੇ ਨਾਲ ਕਿਵੇਂ ਲੈਂਦੇ ਹੋ, ਕਿਉਂਕਿ ਬਸ ਇਹੀ ਡਿਫਰੈਂਸ ਇੱਥੇ ਆ ਜਾਂਦਾ ਹੈ ਕਿ ਜੇ ਤੁਸੀਂ ਉਹਨਾਂ ਦੀ ਸੇਮ ਲੈਵਲ 'ਤੇ ਤੁਸੀਂ ਕੈਟਾਗਰੀ ਵਿੱਚ ਜਾਂਦੇ ਰਹੋਗੇ
ਯੈਸ ਡੈਫੀਨੇਟਲੀ ਤੁਹਾਨੂੰ ਥੋੜ੍ਹਾ ਜਿਹਾ ਡਾਊਨ ਹੋਣਾ ਪੈਂਦਾ ਹੁੰਦਾ, ਬਟ ਜੇ ਤੁਸੀਂ ਮਿਹਨਤ ਕਰਕੇ ਤੁਸੀਂ ਉਹਨਾਂ ਤੋਂ ਉੱਤੇ ਰਹੋਗੇ ਆਲ ਦ ਟਾਈਮ, ਫਿਰ ਤੁਹਾਨੂੰ ਇਸ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੋ ਕਿਤੇ ਨਾ ਕਿਤੇ ਰੇਸਿਜ਼ਮ ਆਇਆ ਸੀ? ਰੇਸਿਜ਼ਮ ਦਾ ਵਰਡ ਮੈਂ ਨਹੀਂ ਯੂਜ਼ ਕਰਨਾ ਚਾਹੁੰਦਾ ਕਿ ਦੈਟਸ ਨਾਟ, ਇਹ ਬਹੁਤ ਜ਼ਿਆਦਾ ਸਟਰੋਂਗ ਵਰਡ ਆ, ਠੀਕ ਹੈ ਜੀ। ਇਸ ਚੀਜ਼ ਨੂੰ ਮੈਂ ਨਹੀਂ ਚਾਹੁੰਦਾ ਹੈ ਕਿ ਮੈਂ ਇਸ ਚੀਜ਼ ਨੂੰ ਬੜਾਵਾ ਦੇਵਾਂ, ਕਿਉਂਕਿ ਇਹੋ ਜਿਹੀ ਚੀਜ਼ ਨਹੀਂ ਮੈਂ ਫੇਸ ਕੀਤੀ। ਯੈਸ, ਕਿਉਂਕਿ ਟੀਮ ਜਦੋਂ ਜਿੱਥੇ ਵੀ ਟੀਮ ਆ ਜਾਂਦੀ ਹੈ, ਸਪੋਰਟਸ ਆ ਜਾਂਦੀ ਹੈ, ਉੱਥੇ ਕੰਪੀਟੀਸ਼ਨ ਹੁੰਦਾ, ਠੀਕ ਹੈ ਜੀ। ਕੰਪੀਟੀਸ਼ਨ ਜਿੱਥੇ ਹੁੰਦਾ ਉੱਥੇ ਪਾਰਸ਼ੀਅਲਿਟੀ ਆ ਜਾਂਦੀ ਹੈ ਕਿਤੇ ਨਾ ਕਿਤੇ ਐਨ ਮੌਕੇ 'ਤੇ, ਪਰ ਉਸ ਪਾਰਸ਼ੀਅਲਿਟੀ ਨੂੰ ਆਪਾਂ ਰੇਸਿਜ਼ਮ ਵਿੱਚ ਨਹੀਂ ਲੈ ਸਕਦੇ। ਉਸ ਪਾਰਸ਼ੀਅਲਿਟੀ ਨੂੰ ਆਪਾਂ ਲੈ ਸਕਦੇ ਹਾਂ ਕਿ ਹੋਰ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਬਦਲਾਅ ਲਿਆ ਸਕਦਾ ਕਿ ਮੈਂ ਉਸ ਚੀਜ਼ ਤੋਂ ਵੱਖਰਾ ਲੱਗਾ, ਮੈਂ ਆਪਣੇ ਆਪ ਨੂੰ ਇੱਕ ਵੱਖਰੀ ਸਟੇਜ 'ਤੇ ਦੇਖਾਂ, ਕਿਉਂਕਿ ਇਹ ਆਪਣੇ ਦਿਲੋਂ ਹੁੰਦੀ ਹੈ। ਜੇ ਆਪਾਂ ਦਿਲੋਂ ਕਹਿ ਦਈਏ ਕਿ ਲਾਈਕ ਇਵੇਂ ਕਿਵੇਂ ਹੋ ਜਾਊਗਾ ਕਿ ਉਹ ਇਨਸਾਨ ਮੇਰੀ ਜਗ੍ਹਾ ਲੈ ਲੂਗਾ, ਇਵੇਂ ਹੋ ਹੀ ਨਹੀਂ ਸਕਦਾ ਜੇ ਤੁਸੀਂ ਦਿਲੋਂ ਰੂਹੋਂ ਉਸ ਚੀਜ਼ ਨੂੰ ਆਪਣਾ ਪੂਰਾ ਮਨ ਤਨ ਲਾ ਕੇ ਉਸ ਚੀਜ਼ ਨੂੰ ਅਕੰਪਲਿਸ਼ ਕਰਨ ਦੀ। ਫਿਰ ਹੋਰ ਵੀ ਤੁਸੀਂ ਮਿਹਨਤ ਕੀਤੀ ਕਿ ਨਹੀਂ ਵੀ ਮੈਂ ਪਾਰਟਿਸਪੈਂਟ ਹੈਗਾ ਤਾਂ ਚੰਗਾ ਪਾਰਟਿਸਪੈਂਟ ਬਣ ਕੇ ਮੈਂ ਸਾਹਮਣੇ ਆਉਣਾ? ਹਾਂਜੀ, ਇਟਸ ਡਬਲ ਵਰਕ ਤੁਸੀਂ ਕਹਿੰਦੇ ਹੁੰਦੇ। ਜਦੋਂ ਤੁਸੀਂ ਡਬਲ ਵਰਕ ਕਰਨ ਲੱਗ ਜਾਂਦੇ ਹੋ, ਨੈਚੁਰਲੀ ਉਹ ਅੱਜ ਨਹੀਂ ਕੱਲ੍ਹ ਨਹੀਂ ਉਹ ਦਿਖਦਾ। ਔਰ ਹਰ ਇਨਸਾਨ ਨੂੰ ਉਸ ਜਦੋਂ ਆਪਾਂ 19-20 ਦਾ ਡਿਫਰੈਂਸ ਹੁੰਦਾ ਉੱਥੇ ਦੱਬਿਆ ਜਾਂਦਾ ਬੰਦਾ, ਜਿੱਥੇ ਜ਼ਿਆਦਾ ਡਿਫਰੈਂਸ ਸ਼ੁਰੂ ਹੋ ਜਾਂਦਾ ਉੱਥੇ ਬੰਦੇ ਨੂੰ ਦੱਬਣਾ ਬਹੁਤ ਮੁਸ਼ਕਿਲ ਹੋ ਜਾਂਦਾ। ਉਹੀ ਇੱਕ ਜਿਹੜਾ ਹੈਗਾ ਬੰਦੇ ਨੂੰ ਮੇਰੇ ਹਿਸਾਬ ਨਾਲ ਮੈਂ ਉਹੀ ਅਪਣਾਇਆ ਸੀਗਾ ਅਤੇ ਉਹਦੇ ਕਾਰਨ ਹੀ ਮੈਨੂੰ ਜਿਹੜੀ ਪੋਜੀਸ਼ਨ ਮਿਲੀ ਆ ਹੁਣ ਤੱਕ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਬਸ ਜੀ, ਪੱਥਰ ਦਾ ਸੀਨਾ ਪਾੜ ਕੇ ਸਰਦਾਰ ਜਗਦੀਸ਼ ਸਿੰਘ ਗਿੱਲ ਹੁਣਾਂ ਨੇ 3 ਸਾਲਾਂ ਬਾਅਦ ਇੱਥੇ ਆ ਕੇ ਹਾਕੀ ਨੂੰ ਰੀਕੰਟੀਨਿਊ ਕੀਤਾ, ਆਪਾਂ ਕਹਿ ਦਈਏ, ਮਾਫ ਕਰਨਾ, ਕੰਟੀਨਿਊ ਕੀਤਾ ਜੀ। ਅਤੇ ਇੱਥੇ ਆ ਕੇ ਫਿਰ ਕਿਹੜੇ ਕੰਪੀਟੀਸ਼ਨਸ ਨੇ ਜਿਨ੍ਹਾਂ ਵਿੱਚ ਤੁਹਾਨੂੰ ਪਾਰਟ ਮਤਲਬ ਮਿਲਿਆ? ਉਸ ਤੋਂ ਬਾਅਦ ਜਾ ਕੇ ਤੁਸੀਂ ਕੈਨੇਡਾ ਦੀ ਜਿਹੜੀ ਨੈਸ਼ਨਲ ਹਾਕੀ ਟੀਮ ਆ ਉਹਦੇ ਵਿੱਚ ਤੁਹਾਡੀ ਸਿਲੈਕਸ਼ਨ ਹੁੰਦੀ ਹੈ? ਐਕਚੁਅਲੀ ਵਿੱਚ ਇੱਥੇ ਬਹੁਤ ਸਾਰੇ ਜਿਵੇਂ ਲੋਕਲ ਟੂਰਨਾਮੈਂਟ, ਜਿਵੇਂ ਤੁਸੀਂ ਆਹ ਦੇਖੋ ਮੈਨੀਟੋਬਾ ਕੱਪ ਆ, ਐਵੇਂ ਬਹੁਤ ਸਾਰੇ ਲੋਕਲ ਟੂਰਨਾਮੈਂਟ ਆਪਣੇ ਇੱਥੇ ਕੈਨੇਡਾ ਵਿੱਚ ਹੁੰਦੇ ਨੇ ਹਰ ਵੱਖਰੇ ਆਪਣੇ ਪ੍ਰੋਵਿੰਸਿਸ ਵਿੱਚ। ਉਦੋਂ ਜਨਰਲੀ ਜਦੋਂ ਸ਼ੁਰੂ ਕੀਤਾ ਸੀਗਾ, ਐਕਚੁਅਲੀ ਇੰਟਰਨੈਸ਼ਨਲ ਸਟੂਡੈਂਟ ਤੋਂ ਬਾਅਦ ਪੋਸਟ ਗ੍ਰੈਡ ਵਰਕ ਪਰਮਿਟ ਆਪਾਂ ਨੂੰ ਮਿਲਦਾ, ਓਪਨ ਵਰਕ ਪਰਮਿਟ ਵਿੱਚ ਤੁਸੀਂ ਕੰਮ ਕਰਨ ਲੱਗ ਜਾਂਦੇ ਨੇ। ਮੈਂ ਉੱਥੇ ਕੰਮ ਕਰਨ ਲੱਗਿਆ ਆਫਿਸ ਵਿੱਚ, ਉਦੋਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਫਲੈਕਸੀਬਿਲਿਟੀ ਮਿਲ ਜਾਂਦੀ ਹੈ, ਟਾਈਮ ਹੋ ਜਾਂਦਾ ਤੁਹਾਡਾ, ਰਾਈਟ। ਉਸ ਟਾਈਮ ਦੌਰਾਨ ਜਦੋਂ ਇੱਕ ਸ਼ੁਰੂਆਤ ਹੋਈ ਸਪੋਰਟਸ ਦੀ, ਇੱਕ ਰੀਬਰਥ ਤੁਸੀਂ ਕਹਿ ਲਓ ਬੰਦੇ ਦਾ, ਉਹ ਜਦੋਂ ਸ਼ੁਰੂ ਕੀਤਾ ਉਹਦੇ ਨਾਲ ਇਹ ਟੂਰਨਾਮੈਂਟ ਸ਼ੁਰੂ ਕੀਤੇ, ਲੋਕਲ ਟੂਰਨਾਮੈਂਟ ਖੇਡਣੇ। ਜਦੋਂ ਲੋਕਲ ਟੂਰਨਾਮੈਂਟ ਸ਼ੁਰੂ ਕੀਤੇ ਖੇਡਣੇ, ਉਹਦੇ ਨਾਲ ਫਿਰ ਜਿਹੜੀ ਆ ਪ੍ਰੋਵਿੰਸ਼ੀਅਲ ਟੂਰਨਾਮੈਂਟ ਸੀਗੇ, ਜਿਵੇਂ ਆਪਾਂ ਨੈਸ਼ਨਲ ਸਪੋਰਟਸ ਕਹਿ ਦਿੰਦੇ ਇੰਡੀਆ ਵਿੱਚ, ਹੈ ਨਾ, ਜਿੰਨੇ ਵੀ ਆਪਾਂ ਸਟੇਟਸ ਕਹਿ ਦਿੰਦੇ ਹਾਂ ਉਵੇਂ ਕਹਿ ਦਿੰਦੇ, ਉਹ ਵਾਲੀਆਂ ਆਪਾਂ ਜਿਹੜੇ ਸੀਨੀਅਰ ਨੈਸ਼ਨਲ ਸਪੋਰਟਸ ਖੇਡੀਆਂ, ਉਹਦੇ ਵਿੱਚ ਐਕਚੁਅਲੀ ਮੈਨੂੰ ਓਪਰਚੁਨਿਟੀ ਮਿਲੀ ਕੈਨੇਡੀਅਨ ਨੈਸ਼ਨਲ ਟੀਮ ਵਿੱਚ ਆਉਣ ਦੀ। ਉਹਦੇ ਵਿੱਚ ਮੈਂ ਮੋਸਟ ਵੈਲੂਏਬਲ ਪਲੇਅਰ ਮੰਨਿਆ ਗਿਆ ਅਤੇ ਉਹਨਾਂ ਨੇ ਫਿਰ ਮੈਨੂੰ ਇਨਵੀਟੇਸ਼ਨ ਭੇਜੀ ਜੀ। ਕੈਨੇਡਾ ਦੀ ਜਿਹੜੀ ਨੈਸ਼ਨਲ ਹਾਕੀ ਟੀਮ ਹੈ ਉਹਦੇ ਵਿੱਚ ਤੁਸੀਂ ਕੈਂਪ ਦੇ ਵਿੱਚ, ਅਤੇ ਕਿਹੜੀ ਕੰਟਰੀ ਦੇ ਵਿੱਚ ਤੁਸੀਂ ਹੁਣ ਤੱਕ ਕੈਨੇਡਾ ਨੂੰ ਰਿਪਰੈਜ਼ੈਂਟ ਕਰ ਚੁੱਕੇ ਹੋ? ਕੰਟਰੀਆਂ ਹੁਣ ਕਾਊਂਟੇਬਲ ਕਰਾਂ ਤਾਂ ਬਹੁਤ ਨੇ। ਹਾਂਜੀ। ਸੋ ਮੇਨ ਜੇ ਆਪਾਂ ਗੱਲ ਕਰੀਏ ਕਿਹੜੇ ਆਪਾਂ ਤੁਸੀਂ ਇੱਥੇ ਕਹਿ ਸਕਦੇ ਹੋ ਕਿ ਇਹ ਮੇਰੀ ਜ਼ਿੰਦਗੀ ਦਾ ਬੜਾ ਅਹਿਮ ਟੂਰਨਾਮੈਂਟ ਰਿਹਾ ਹੋਵੇਗਾ? ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਟੂਰਨਾਮੈਂਟ ਇੱਕ ਸੀਗਾ ਜੀ, ਉਹ ਸੀਗਾ ਵਰਲਡ ਲੀਗ ਫਾਈਨਲ। ਇਹ ਸੀਗੀ ਆਪਣੀ ਟੂਰਨਾਮੈਂਟ ਹੋਇਆ ਸੀਗਾ ਆਪਣੇ ਰਾਏਪੁਰ ਇੰਡੀਆ ਵਿੱਚ, ਠੀਕ ਹੈ ਜੀ। ਮੈਂ ਰਿਪਰੈਜ਼ੈਂਟ ਕਰ ਰਿਹਾ ਸੀ ਕੈਨੇਡਾ ਵਿੱਚ। ਉਹ ਅਹਿਮ ਕਿਉਂ ਸੀਗਾ? ਕਿਉਂਕਿ ਲੰਡਨ ਓਲੰਪਿਕਸ 2012 ਅਤੇ ਰੀਓ ਓਲੰਪਿਕਸ 2016 ਜਿਹੜਾ ਦੌਰ ਆ ਮੇਰੀ ਜ਼ਿੰਦਗੀ ਵਿੱਚ, ਇਹ ਬਹੁਤ ਅਹਿਮੀਅਤ ਦੌਰ ਸੀਗਾ ਮੇਰੀ ਜ਼ਿੰਦਗੀ ਵਿੱਚ, ਕਿਉਂਕਿ ਇਸ ਦੌਰਾਨ ਮੇਰੀਆਂ 3 ਮੇਜਰ ਸਰਜਰੀਜ਼ ਹੋਈਆਂ ਸੀ ਜੀ। ਅਤੇ ਇਸ ਦੌਰਾਨ ਬਹੁਤ ਜ਼ਿਆਦਾ ਟਫ ਸਿਚੁਏਸ਼ਨ ਸੀਗੀ ਕਿ ਇੱਕ ਤਾਂ ਓਲੰਪਿਕ ਦੀ ਤਿਆਰੀ ਚੱਲ ਰਹੀ ਸੀ, ਪਲੱਸ ਮੇਰੀਆਂ 1 by 1 ਮੇਰੀਆਂ ਸਰਜਰੀਜ਼ ਹੋ ਰਹੀਆਂ ਸੀਗੀਆਂ। ਉਹ ਬਹੁਤ ਹਰ ਸਰਜਰੀ ਬਾਅਦ 'ਚ ਮੈਂ ਦੁੱਗਣਾ ਜ਼ੋਰ ਲਾ ਕੇ ਵਾਪਸ ਬੈਕ ਟੂ ਦਾ ਫੀਲਡ ਆਉਂਦਾ ਸੀਗਾ, ਦੁਬਾਰਾ ਫਿਰ ਸਰਜਰੀ ਹੁੰਦੀ ਸੀਗੀ। ਉਹ ਟਫ ਟਾਈਮ ਦੇਖਦੇ ਹੋਏ ਜਦੋਂ ਆਹ ਲਾਸਟ ਕੰਪੀਟੀਸ਼ਨ ਜਿਹੜਾ ਸੀਗਾ ਵਰਲਡ ਲੀਗ ਫਾਈਨਲ, ਇਹ ਸੀਗਾ ਬਿਕੋਜ਼ ਇਹਦੇ ਪਹਿਲਾਂ ਮੈਂ ਕੋਈ ਆਈ ਥਿੰਕ 6 ਮੰਥ ਜਾਂ 8 ਮੰਥ ਦਾ ਗੈਪ ਸੀਗਾ ਜਿਹੜਾ ਮੈਂ ਕੋਈ ਟੂਰਨਾਮੈਂਟ ਇੰਟਰਨੈਸ਼ਨਲ ਖੇਡਿਆ ਨਹੀਂ ਸੀ। ਓਲੰਪਿਕਸ ਤੋਂ ਪਹਿਲਾਂ ਆਹੀ ਇੱਕ ਮੇਜਰ ਟੂਰਨਾਮੈਂਟ ਸੀਗਾ ਜਿਹੜਾ ਕਿ ਮੇਰੇ ਵਾਸਤੇ ਬਹੁਤ ਅਹਿਮੀਅਤ ਰੱਖਦਾ ਸੀਗਾ ਓਲੰਪਿਕ ਦੇ ਵਿੱਚ ਜਾਣ ਵਾਸਤੇ। ਇਸ ਲਈ ਉਹ ਜਿਹੜਾ ਟੂਰਨਾਮੈਂਟ ਸੀ ਉਹ ਹਰ ਸਮੇਂ ਮੈਂ ਭੁੱਲਦਾ ਨਹੀਂ ਗਾ, ਕਿਉਂਕਿ ਉਸ ਟੂਰਨਾਮੈਂਟ ਦੇ ਕਾਰਨ ਹੀ ਮੇਰਾ ਜਿਹੜਾ ਸਫ਼ਰ ਸੀਗਾ ਓਲੰਪਿਕਸ ਦਾ ਉਹ ਪੂਰਾ ਹੋਇਆ।
ਔਰ ਤੁਸੀਂ ਕਹਿ ਸਕਦੇ ਮੇਰੀ ਡ੍ਰੀਮ ਜਿਹੜੀ ਸੀਗੀ ਲਾਈਫ ਦੀ 2016 ਰੀਓ 올림픽ਸ ਦੇ ਵਿੱਚ ਸਰਦਾਰ ਸਾਹਿਬ ਨੇ ਪਾਰਟਿਸਿਪੇਸ਼ਨ ਕੀਤੀ ਆ ਹਾਂਜੀ ਕੈਨੇਡਾ ਦੇ ਵੱਲੋਂ, ਰਿਪਰੈਜ਼ੈਂਟ ਕੀਤਾ ਕੈਨੇਡਾ ਹਾਂਜੀ। ਨੂੰ। ਕੀ ਬਾਤ ਹੈ। ਸੋ ਤੁਸੀਂ ਦੱਸਿਆ ਕਿ ਜਿਹੜੇ ਕੰਪੀਟੀਸ਼ਨ ਦੀ ਤੁਸੀਂ ਗੱਲ ਕਰਦੇ ਹੋ ਕਿ ਰਾਏਪੁਰ ਦੇ ਵਿੱਚ ਕੰਪੀਟੀਸ਼ਨ ਸੀ, ਕਿੱਦਾਂ ਦਾ ਮਹਿਸੂਸ ਕੀਤਾ ਹੋਣਾ ਸਰਦਾਰ ਸਾਹਿਬ ਕਿ ਜਦੋਂ ਕੈਨੇਡਾ ਦੇ ਵੱਲੋਂ ਜਾ ਕੇ ਅਸੀਂ ਆਪਣੇ ਮੁਲਕ ਦੇ ਵਿੱਚ ਹੈ ਨਾ ਪਾਰਟਿਸਪੈਂਟ ਇੱਕ ਬਣਦੇ ਹਾਂ? ਹਾਂਜੀ ਵੀਰ ਜੀ ਦੇਖੋ, ਇੱਕ ਗੱਲ ਸੋਚ ਕੇ ਦੇਖੋ, ਜਦੋਂ ਤੁਸੀਂ ਇੱਕ ਕੰਟਰੀ ਵਿੱਚ ਜੰਮੇ ਪਲੇ ਹੋ, ਠੀਕ ਹੈ ਨਾ, ਸਭ ਤੋਂ ਪਹਿਲਾਂ ਨੈਸ਼ਨਲ ਐਂਥਮ ਆਪਾਂ ਉਹ ਬੰਦੇ ਦੇ ਬਲੱਡ 'ਚ ਵੜ ਜਾਂਦਾ ਹੈ, ਕਿਉਂਕਿ ਆਪਣੇ ਬਚਪਨ ਤੋਂ ਪੜ੍ਹੇ ਆ, ਉਹੀ ਸਕੂਲ 'ਚ ਗਏ ਆ, ਉਹੀ ਚੀਜ਼ਾਂ ਸੁਣੀਆਂ ਗਈਆਂ, ਰਾਈਟ ਜੀ, ਉਹੀ ਜੇ ਆਪਾਂ ਡਰਾਮੇ ਦੇਖੇ ਆ, ਉਹੀ ਜੇ ਲਾਈਕ ਸੀਰੀਅਲਸ ਦੇਖੇ ਆ, ਉਹ ਫਿਰ ਬੰਦੇ ਦੇ ਉਹ ਨੈਚੁਰਲੀ ਹੁੰਦੀ ਆ। ਪਰ ਜਿੰਨੇ ਵਾਰ ਵੀ ਅਗੇਂਸਟ ਇੰਡੀਆ ਦੇ ਸਾਡੇ ਨਾਲ ਗੇਮ ਹੋਈ ਆ, ਆਲਵੇਜ਼ ਜਦੋਂ ਵੀ ਉਹ ਨੈਸ਼ਨਲ ਐਂਥਮ ਹੁੰਦਾ ਸੀ, ਮੇਰੇ ਗੂਸ ਬੰਪ ਉਹਦੇ ਨਾਲ ਜ਼ਿਆਦਾ ਪੰਪ ਅਪ ਹੋ ਜਾਂਦੇ ਸੀ। ਅੱਛਾ, ਹਾਂਜੀ, ਕਿ ਇਹ ਮੇਰੀ ਕੰਟਰੀ ਦਾ ਹੁਣ ਨੈਸ਼ਨਲ ਐਂਥਮ ਹੋ ਰਿਹਾ ਤੇ ਮੈਂ ਪੂਰਾ ਜੋਸ਼ 'ਚ ਆ ਗਿਆ। ਹਾਂਜੀ ਹਾਂਜੀ, ਮੇਰਾ ਗੂਸ ਬੰਪ ਆਲਵੇਜ਼ ਹੁੰਦੇ ਸੀ। ਕੀ ਬਾਤ ਹੈ। ਤੇ ਫਿਰ ਜਦੋਂ ਆਪਣੇ ਇੰਡੀਆ ਵਾਲੇ ਜਿਹੜੇ ਖਿਲਾੜੀ ਹੋਣਗੇ ਤੁਹਾਡੇ ਨਾਲ ਉੱਥੇ ਕੰਪੀਟੀਸ਼ਨ ਦੇ ਵਿੱਚ ਹੈ ਨਾ ਕੰਪੀਟੀਟ ਕਰ ਰਹੇ ਸੀ, ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਕੈਨੇਡਾ ਦੀ ਟੀਮ 'ਚ ਕਿਵੇਂ? ਐਕਚੁਅਲੀ ਵੀਰ ਜੀ ਉਹ ਗਰੁੱਪ ਵੀ ਪਿੱਛੋਂ ਜਾਣਦੇ ਸੀਗੇ ਸਰ। ਅੱਛਾ ਜੀ। ਅਸੀਂ ਜਦੋਂ ਜੂਨੀਅਰ ਸੀਗੇ, ਉਹ ਮੁੰਡੇ ਵੀ ਆਪਣੇ, ਅਸੀਂ ਇੱਕ ਦੂਜੇ ਨਾਲ ਨੈਸ਼ਨਲ ਟੀਮ 'ਚ ਖੇਡਦੇ ਹੁੰਦੇ ਸੀ ਉੱਥੇ। ਠੀਕ ਹੈ। ਤੇ ਉਹ ਖੇਡਦੇ ਸਾਡੇ ਉਹ ਇੱਕ ਰਿਲੇਸ਼ਨਸ਼ਿਪ ਨੈਚੁਰਲੀ ਬਣ ਜਾਂਦਾ। ਫਿਰ ਜਦੋਂ ਇੰਟਰਨੈਸ਼ਨਲੀ ਇੱਕ ਦੂਜੇ ਨਾਲ ਫੇਸ ਕਰਦੇ ਹੁੰਦੇ ਸੀਗੇ, ਬਹਿੰਦੇ ਤਾਂ ਭਰਾਵਾਂ ਵਾਂਗੂ ਬਹਿੰਦੇ ਹੁੰਦੇ ਸੀ, ਇੱਕ ਦੂਜੇ ਨਾਲ ਹੱਸ ਕੇ ਜਿਵੇਂ ਬਹਿੰਦੇ ਹੁੰਦੇ ਸੀ। ਬਸ ਉਹਨਾਂ ਨੂੰ ਪਤਾ ਹੁੰਦਾ ਸੀ ਸਿਚੁਏਸ਼ਨ ਕਿ ਹਾਂ ਬਈ ਹੁਣ ਆਹ ਮੰਜ਼ਿਲ ਦਾ ਦੌਰ ਕੁਝ ਹੋਰ ਆ, ਵੀ ਹੁਣ ਜਗਦੀਸ਼ ਬਾਈ ਕੈਨੇਡਾ ਦੀ ਟੀਮ ਪਾਸੋਂ ਖੇਡੂਗਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਸੋ ਨਾਲ ਫਿਰ ਉੱਥੇ ਘਰਦਿਆਂ ਦਾ ਵੀ ਤਾਂ ਚੀਅਰ ਅਪ ਮਿਲਦਾ ਹੀ ਹੋਣਾ, ਵੀ ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਆ ਗਏ ਵੀ ਹੁਣ ਜਗਦੀਸ਼ ਬਾਈ ਕੈਨੇਡਾ ਵਾਲੇ ਪਾਸੋਂ ਆਉਣਗੇ ਖੇਡਣ ਵਾਸਤੇ, ਅਸੀਂ ਚੀਅਰ ਅਪ ਕਰਨ ਜਾਣਾ। ਹਾਂਜੀ, ਚੀਅਰ ਅਪ ਹੁੰਦੇ ਆ ਜੀ। ਆਪਣਾ 올림픽ਸ ਵਿੱਚ ਹੀ ਲਾ ਲਓ, ਆਪਣੀ ਗੇਮ ਹੋਈ ਸੀ ਇੰਡੀਆ ਦੇ ਨਾਲ, ਆਈ ਥਿੰਕ ਲਾਸਟ ਲੀਗ ਗੇਮ ਸੀ ਸਾਡੀ ਇੰਡੀਆ ਦੇ ਨਾਲ, ਤੇ ਆਪਣੀ ਸਾਰੀ ਫੈਮਿਲੀ, ਆਪਣੇ ਰਿਸ਼ਤੇਦਾਰ ਸਾਰੇ ਕੈਨੇਡੀਅਨ ਸਟੈਂਡ ਵਿੱਚ ਖੜੇ ਹੋਏ ਸੀਗੇ। ਅੱਛਾ ਜੀ। ਹਾਂਜੀ, ਠੀਕ ਹੈ। ਸੋ ਇੱਕ ਆਪਾਂ ਜੇ ਕਹਿ ਦਈਏ ਵੀ ਮੋਟੀਵੇਸ਼ਨਲ ਫੀਲਿੰਗ ਵੀ ਤੁਹਾਡੇ ਲਈ ਰਹੀ ਹੈ ਜਦੋਂ ਤੁਸੀਂ ਕੈਨੇਡਾ ਪਾਸੋਂ ਖੇਡਦੇ ਹੋ ਤੇ ਸਾਹਮਣੇ ਇੰਡੀਆ ਦੀ ਟੀਮ ਹੁੰਦੀ ਹੈ? ਹਾਂਜੀ, 100% ਰਹੀ ਹੈ ਵੀ ਜੀ, ਕਿਉਂਕਿ ਜਿਹੜਾ ਦੌਰ ਹੁੰਦਾ ਸਪੋਰਟਸ ਦਾ, ਸਪੈਸ਼ਲੀ ਆਈ ਡੋਨਟ ਨੋ, ਮੈਨੂੰ ਐਕਸਪੀਰੀਅੰਸ ਇੰਡੀਆ ਤੋਂ ਹੋਇਆ ਤਾਂ ਹੀ ਮੈਂ ਇੰਡੀਆ ਦੀ ਕਰ ਰਿਹਾ। ਹਰ ਕੰਟਰੀ ਵਿੱਚ ਹੀ ਹੋਊਗਾ ਆਪਣਾ ਜਿਹੜਾ ਐਕਸਪੀਰੀਅੰਸ ਹੁੰਦਾ ਹਰ ਐਥਲੀਟ ਦਾ। ਉਹ ਦੌਰ ਸੀਗਾ ਥੋੜ੍ਹਾ ਜਿਹਾ ਟਫ ਸੀਗਾ, ਕਿਉਂਕਿ ਬਹੁਤ ਸਾਰੀਆਂ ਮੁਸ਼ਕਲਾਂ ਦੇਖਣੀਆਂ ਪੈਂਦੀਆਂ ਹੁੰਦੀਆਂ ਸੀਗੀਆਂ ਜਦੋਂ ਆਪਾਂ ਕੋਈ ਵੀ ਸਪੋਰਟਸ ਵਿੱਚ ਖੇਡਦੇ ਹਾਂ, ਮਿਹਨਤ ਕਰਦੇ ਹਾਂ। ਆਈ ਥਿੰਕ ਇੱਕ ਲੈਡਰ ਚਾਹੀਦੀ ਹੈ ਤੁਹਾਨੂੰ ਟੂ ਸ਼ੋ ਦ ਸਟੈਪਸ। ਇੰਡੀਆ ਵਿੱਚ ਉਹ ਲੈਡਰ ਨਾ ਮਿਲਣ ਕਾਰਨ ਬੰਦੇ ਨੂੰ ਬੰਦਾ ਝੁਰ ਜਾਂਦਾ, ਬਿਕੋਜ਼ ਯੂ ਆਰ ਵਰਕਿੰਗ ਹਾਰਡ ਬਟ ਯੂ ਆਰ ਨਾਟ ਗੈਟਿੰਗ ਦੈਟ ਆਊਟਪੁੱਟ ਔਰ ਯੂ ਓਵਰਕਮ ਜਿਹੜੀ ਪ੍ਰੋਬਲਮਸ ਵਿੱਚ ਤੁਸੀਂ ਚਾਹੁੰਦੇ ਹੋ ਕਿ ਹਾਂ ਵੀ ਇਹ ਪ੍ਰੋਬਲਮ ਮੇਰੇ ਸੋਲਵ ਹੋਣ, ਉਹ ਫਿਰ ਬੰਦਾ ਥੋੜ੍ਹਾ ਜਿਹਾ ਝੁਰ ਜਾਂਦਾ, ਬੰਦਾ ਡਾਊਨ ਫੀਲ ਕਰਨ ਲੱਗ ਜਾਂਦਾ। ਉਹੀ ਜਦੋਂ ਫਿਰ ਇੱਥੇ ਇਹੋ ਜਿਹੀ ਕੰਟਰੀ 'ਚ ਆਉਂਦੇ ਆ, ਉਸ ਚੀਜ਼ ਦਾ ਆਪਾਂ ਨੂੰ ਇੱਕ ਐਡਵਾਂਟੇਜ ਆ, ਆਪਾਂ ਉਸ ਚੀਜ਼ ਲੈਡਰ ਖੁਦ ਤਿਆਰ ਕਰਦੇ ਹਾਂ ਆਪਦੀ, ਆਪਾਂ ਉਹ ਲੈਡਰ ਖੁਦ ਚੜ੍ਹਦੇ ਹਾਂ, ਉਹਦਾ ਮਜ਼ਾ ਹੀ ਕੁਛ ਹੋਰ ਹੋ ਜਾਂਦਾ। ਬਿਲਕੁਲ, ਜ਼ੀਰੋ ਲੈਵਲ ਤੋਂ ਮੁੜ ਸ਼ੁਰੂ ਕਰਕੇ ਅਸੀਂ ਇੱਕ ਸਿਖਰ ਤੱਕ ਜਾਣਾ ਹੁੰਦਾ। ਸੋ ਸਰਦਾਰ ਸਾਹਿਬ, ਆਪਾਂ ਗੱਲ ਕਰਦੇ ਸੀ ਕੈਨੇਡਾ ਤੇ ਇੰਡੀਆ ਦੀ, ਤੇ ਕੀ ਲੱਗਦਾ ਵੀ ਫੈਸਿਲਿਟੀਜ਼ ਕਿੱਥੇ ਤੁਹਾਨੂੰ, ਤੁਸੀਂ ਉੱਧਰ ਵੀ ਰਿਪਰੈਜ਼ੈਂਟ ਕਰਦੇ ਰਹੇ ਹੋ ਹੈ ਨਾ ਆਪਣੇ ਆਪ ਨੂੰ ਜਾਂ ਆਪਣੀ ਸਟੇਟ ਨੂੰ ਇੰਡੀਆ ਦੇ ਵਿੱਚ ਵੀ, ਤੇ ਤੁਸੀਂ ਕੈਨੇਡਾ ਵਿੱਚ ਵੀ ਆਪਣਾ ਇੱਕ ਨਾਮ, ਇੱਕ ਵੱਖਰਾ ਰੁਤਬਾ ਬਣਾਇਆ। ਸੋ ਕੀ ਲੱਗਦਾ ਵੀ ਫੈਸਿਲਿਟੀਜ਼ ਕਿਹੜੀ ਕੰਟਰੀ 'ਚ ਜ਼ਿਆਦਾ ਰਹੀਆਂ ਤੁਹਾਨੂੰ ਦਿਖੀਆਂ, ਵੀ ਇੰਡੀਆ ਜਾਂ ਫਿਰ ਕੈਨੇਡਾ? ਤੁਸੀਂ ਆਪਾਂ ਨਾ ਕੰਪੇਅਰ ਨਹੀਂ ਕਰ ਸਕਦੇ ਕਿਸੇ ਕੰਟਰੀ ਦੇ ਨਾਲ, ਬਿਕੋਜ਼ ਆਪਾਂ ਜੇ ਪਹਿਲਾ ਪੁਆਇੰਟ ਇਹ ਆ, ਇੰਡੀਆ ਡਿਵੈਲਪਡ ਕੰਟਰੀ ਹੈ, ਬਹੁਤ ਪੁਰਾਣੀ ਕੰਟਰੀ ਹੈ। ਕੈਨੇਡਾ ਨੂੰ ਬਣੇ ਹੁਣ ਰੀਸੈਂਟਲੀ ਕਿੰਨੇ 154 ਈਅਰਸ ਹੋਏ ਹੋਣੇ, 150 ਸਾਲ ਹੁਣ ਪਿੱਛੇ ਆਪਾਂ ਬਣਾ ਕੇ 3-4 ਸਾਲ ਪਹਿਲਾਂ। ਇਹ ਨਰਿਸ਼ ਹੋ ਰਹੀ ਹੈ ਹਜੇ, ਇਹ ਫਲਰਿਸ਼ ਹੋ ਰਹੀ ਹੈ ਕੰਟਰੀ, ਰਾਈਟ। ਉਹ ਚੀਜ਼ਾਂ ਹੋਣਗੀਆਂ ਜ਼ਰੂਰ ਇੱਥੇ, ਪਰ ਜੇ ਦੇਖੀਏ ਇੱਕ ਤਰਫ ਤੋਂ ਦੇਖੀਏ ਕੈਨੇਡਾ ਨੂੰ ਅਟਰੈਕਸ਼ਨ ਕਿਉਂ ਆ, ਵਾਈ ਪੀਪਲ ਵਾਂਟ ਟੂ ਕਮ ਦਿਸ ਕੰਟਰੀ, ਦੇਰ ਇਜ਼ ਸਮਥਿੰਗ ਸਪੈਸ਼ਲ ਅਬਾਊਟ ਇਟ, ਰਾਈਟ। ਕੁਛ ਹੈਗਾ ਇਸ ਚੀਜ਼ ਵਿੱਚ ਤਾਂ ਹੀ ਹੁੰਦੀ ਹੈ। ਚਲੋ ਆਪਾਂ ਉਹ ਪੁਆਇੰਟ ਨੂੰ ਆਪਾਂ ਅੱਡ ਰੱਖਦੇ ਹਾਂ। ਜੇ ਆਪਾਂ ਦੇਖੀਏ ਫੈਸਿਲਿਟੀ ਦੇ ਵਾਸਤੇ, ਫੈਸਿਲਿਟੀ 100% ਇੰਡੀਆ ਵਿੱਚ ਜ਼ਿਆਦਾ। ਕਿਉਂ ਜ਼ਿਆਦਾ ਜੀ? ਨੈਸ਼ਨਲ ਸਪੋਰਟਸ ਕਿਹੜੀ ਆ? ਹਾਕੀ। ਕੈਨੇਡਾ ਵਿੱਚ ਨੈਸ਼ਨਲ ਸਪੋਰਟਸ ਕਿਹੜੀ ਆ? ਆਈਸ ਹਾਕੀ, ਠੀਕ ਹੈ ਨਾ। ਇਸ ਲਈ ਇਹ ਚੀਜ਼ਾਂ ਆਪਾਂ ਕੰਪੇਅਰ ਨਹੀਂ ਕਰ ਸਕਦੇ ਇੱਕ ਦੂਜੇ ਕੰਟਰੀ ਦੇ ਨਾਲ। ਡੈਫੀਨੇਟਲੀ ਫॉर ਸ਼ੋਰ ਜੇ ਮੈਂ ਇਸ ਚੀਜ਼ ਦਾ ਮਾਣ ਫੀਲ ਕਰਦਾ ਹਾਂ ਕਿ ਜੇ ਇੰਡੀਆ ਵਿੱਚ ਇੰਨੀ ਫੈਸਿਲਿਟੀ ਹੋਣ ਦੇ ਬਾਵਜੂਦ ਜੇ ਕੈਨੇਡਾ ਉਹਨਾਂ ਦੇ ਨਾਲ ਖੜ੍ਹ ਕੇ ਕੰਪੀਟ ਕਰ ਸਕਦਾ, ਦੈਟਸ ਅ ਹਿਊਜ ਥਿੰਗ ਫॉर ਅਸ। ਬਿਲਕੁਲ, ਐਂਡ ਵੀ ਰੀਲੀ ਫੀਲ ਪ੍ਰਾਊਡ ਅਬਾਊਟ ਇਟ। ਤੇ ਤੁਸੀਂ ਆਈਸ ਹਾਕੀ ਦਾ ਜ਼ਿਕਰ ਕੀਤਾ ਵੀ ਇੱਥੇ ਮਾਣ ਵੱਧ ਆਪਾਂ ਵੇਖਦੇ ਹਾਂ ਕਿ ਕਿਤੇ ਨਾ ਕਿਤੇ ਫੀਲਡ ਹਾਕੀ ਤੋਂ ਜ਼ਿਆਦਾ ਆਈਸ ਹਾਕੀ ਨੂੰ ਮਿਲ ਜਾਂਦਾ ਹੈ ਨਾ, ਤੇ ਲੱਗਦਾ ਨਹੀਂ ਵੀ ਜਿਹੜਾ ਅਸੀਂ ਇੰਨੀ ਮਿਹਨਤ ਕਰਦੇ ਹਾਂ ਉਹਨਾਂ ਦੇ ਵਾਂਗੂ, ਆਈਸ ਹਾਕੀ ਦੇ ਵਾਂਗੂ ਜਿਹੜੇ ਖਿਲਾੜੀ ਨੇ ਸਾਡੇ ਵੀ ਸਪੋਰਟਸ ਮੈਨ ਨੇ ਸਾਰੇ ਬੜੀ ਮਿਹਨਤ ਕਰਦੇ ਆ, ਸਾਨੂੰ ਵੀ ਬਰਾਬਰ ਜਿਹਦਾ ਕਿਤੇ
ਸਾਨੂੰ ਵੀ ਖੜਾ ਲੈਣਾ ਉਹਦੇ ਨੇੜੇ ਤੇੜੇ ਕਿਤੇ। ਹਾਂਜੀ ਵੀਰ ਜੀ, ਬਹੁਤ ਗੁੱਡ ਪੁਆਇੰਟ ਆ। ਇੱਕ ਸਮਝਣ ਵਾਲੀ ਗੱਲ ਆ ਵੀਰ ਜੀ, ਜੇ ਸਾਰੇ ਡਾਕਟਰ ਤੇ ਲਾਇਰ ਬਣਨ ਲੱਗ ਜਾਣ, ਦੂਜੇ ਪ੍ਰੋਫੈਸ਼ਨ ਕਿੱਥੇ ਜਾਣਗੇ? ਠੀਕ ਹੈ ਨਾ, ਐਗਰੀਕਲਚਰ ਫੀਲਡ ਕਿੱਥੇ ਜਾਊਗੀ? ਠੀਕ ਹੈ, ਟੈਕਨੀਕਲ ਫੀਲਡ ਕਿੱਥੇ ਜਾਊਗੀ? ਟ੍ਰੇਡਸਮੈਨ ਕਿੱਥੇ ਜਾਣਗੇ? ਰਾਈਟ, ਇਸ ਲਈ ਇਹ 5 ਉਂਗਲੀਆਂ ਨੇ। ਵੀ ਹੈਵ ਟੂ ਕੀਪ ਐਵਰੀਥਿੰਗ ਔਨ ਵਨ ਚੈਨਲ। ਜੇ ਆਪਾਂ ਸਪੋਰਟਸ ਦੇਖੀਏ, ਹਰ ਸਪੋਰਟਸ ਵਿੱਚ ਅਲੱਗ ਮਜ਼ਾ ਹੈਗਾ। ਠੀਕ ਹੈ ਨਾ, ਆਪਦਾ ਇੱਕ ਇਸ਼ਕ ਆ, ਹੈ ਨਾ, ਆਪਦਾ ਇੱਕ ਪੈਸ਼ਨ ਆ ਉਹਦੇ ਵਿੱਚ। ਇਸ ਲਈ ਹਰ ਸਪੋਰਟਸ ਇੱਕ ਇਹੋ ਜਿਹੀ ਚੀਜ਼ ਆ, ਜਿਹੜੀ ਮਰਜ਼ੀ ਸਪੋਰਟਸ ਚਲੇ ਜਾਓ, ਤੁਹਾਨੂੰ ਉਹਨੇ ਸਿਖਾਉਣਾ ਇੱਕੋ ਹੀ ਚੀਜ਼ ਹੈ ਤੁਹਾਨੂੰ। ਠੀਕ ਹੈ ਨਾ, ਬਸ ਐਟ ਦੀ ਐਂਡ ਆਫ ਦਾ ਡੇ ਆ ਜਾਂਦੀ ਹੈ ਤੁਸੀਂ ਵਾਟ ਯੂ ਲਵ। ਬਿਲਕੁਲ ਠੀਕ ਹੈ। ਦੂਜੀ ਗੱਲ ਇਹ ਜਿਹੜੀ ਤੁਸੀਂ ਤੁਹਾਡਾ ਡਾਇਰੈਕਸ਼ਨ ਜਿਹੜਾ ਹੈਗਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ, ਲਾਈਕ ਯੂ ਆਰ ਆਸਕਿੰਗ ਹਾਂ ਜ਼ਿਆਦਾ ਸਪੋਰਟਿਵ ਕਿਹੜੇ ਹੈ ਸਪੋਰਟਸ ਹੈ ਨਾ, ਬਟ ਤੁਸੀਂ ਸਪੋਰਟਿਵ ਜੇ ਦੇਖੋਗੇ ਹਜੇ ਜਿਹੜੀਆਂ ਦੂਜੀਆਂ, ਕਿਉਂਕਿ ਇਹ ਆਈਸ ਹਾਕੀ ਹੈ ਕਮਰਸ਼ੀਅਲ ਸਪੋਰਟਸ ਹੈ, ਜਿਵੇਂ ਇੰਡੀਆ ਵਿੱਚ ਕ੍ਰਿਕਟ ਹੈਗੀ। ਕ੍ਰਿਕਟ ਹੈ ਬਿਲਕੁਲ। ਠੀਕ ਹੈ ਨਾ, ਕਮਰਸ਼ੀਅਲ ਸਪੋਰਟਸ ਨੂੰ ਆਪਾਂ ਅੱਡ ਰੱਖ ਦਈਏ, ਕਿਉਂਕਿ ਬਿਕਾਜ਼ ਉਹ 'ਚ ਆਲਰੇਡੀ ਬਿਜ਼ਨਸ ਇਨਵੋਲਵ ਹੋ ਚੁੱਕੇ ਨੇ। ਠੀਕ ਹੈ, ਦੂਜੀਆਂ ਸਪੋਰਟਸ ਹਜੇ ਉਹਨਾਂ ਨਹੀਂ ਮਹੱਤਵ ਦਿੰਦੀਆਂ ਕਿਉਂਕਿ ਹਜੇ ਕਮਰਸ਼ੀਅਲੀ ਨਹੀਂ ਹੋਈਆਂ। ਬਟ ਔਨ ਦਾ ਬੈਕ ਸਾਈਡ ਆਪਾਂ ਜੇ ਦੇਖੀਏ, ਬੈਨੀਫਿਟਸ ਹਜੇ ਵੀ ਹੈਗੇ ਆ। ਡਿਪੈਂਡ ਕਰਦਾ ਇਨ ਵਟ ਸਿਨੈਰੀਓ ਯੂ ਆਰ ਲੁਕਿੰਗ ਇਨਟੂ ਇਟ। ਬਿਲਕੁਲ। ਠੀਕ ਹੈ ਨਾ, ਹੁਣ ਕੈਨੇਡਾ ਵਿੱਚ ਜੇ ਫੈਸਿਲਿਟੀਜ਼ ਫੋਰ ਐਗਜ਼ਾਮਪਲ ਦੇਖਦੇ, ਕੈਨੇਡਾ ਵਿੱਚ ਫੈਸਿਲਿਟੀਜ਼ ਆਪਾਂ ਨੂੰ ਮਿਲਦੀਆਂ ਹੈਗੀਆਂ, ਲੈਵੀਸ ਮਿਲਦੀਆਂ ਹੈਗੀਆਂ, ਐਕਸਪੈਂਸਿਸ ਮਿਲਦੇ ਨੇਗੇ, ਯੂਨੀਵਰਸਿਟੀ 'ਚ ਪੜ੍ਹਨ ਵਾਸਤੇ ਫੀਸਿਸ ਮਿਲਦੀਆਂ ਨੇ, ਕ੍ਰੈਡਿਟਸ ਮਿਲਦੇ ਆ, ਤੁਸੀਂ ਪੜ੍ਹੋ। ਦਿਸ ਇਜ਼ ਇਨਵੈਸਟਮੈਂਟ ਫॉर योर ਲਾਈਫ, ਫॉर योर ਫਿਊਚਰ। ਠੀਕ ਹੈ ਜੀ, ਇੰਡੀਆ ਵਿੱਚ ਤੁਸੀਂ ਨੈਸ਼ਨਲ ਟੀਮ ਵਿੱਚ ਖੇਡ ਰਹੇ ਹੋ, ਯੂ ਹੈਵ ਡਨ ਹਾਈ ਸਕੂਲ, ਯੂ ਆਰ SSP, can you able to sit with a person who has done the big exams? I forgot about it, like IAF or something like that. Yeah, IAS, yeah, something. Yeah. Where are you going to stand yourself? ठीक है ना? But over here we are molding ourselves to stand on that positions. Yes, we have that capability where we are standing. We are satisfied at the end of the day because money is there definitely. ਆਪਾਂ ਇਹ ਵੀ ਨਹੀਂ ਕਹਿ ਸਕਦੇ money ਨਹੀਂ ਹੈਗੀ, ਪਰ money ਦੇ ਨਾਲ ਨਾਲ ਇੱਕ self satisfaction ਵੀ ਬਹੁਤ ਜ਼ਰੂਰੀ ਹੈ ਜ਼ਿੰਦਗੀ, ਜਿਹੜੀ ਕਿ at the end of the day ਆਪਾਂ ਨੂੰ ਫੀਲ ਕਰਾਉਂਦੀ ਹੈ ਕਿ ਯੈਸ ਆਈ ਹੈਵ ਡਨ ਸਮਥਿੰਗ ਡਿਫਰੈਂਟ ਇਨ ਮਾਈ ਲਾਈਫ। ਬਿਲਕੁਲ। ਅਤੇ ਬਹੁਤ ਸੋਹਣੀ ਗੱਲ ਤੁਸੀਂ ਇੱਕ ਲਾਇਰ ਅਤੇ ਡਾਕਟਰ ਵਾਲਾ ਐਗਜ਼ਾਮਪਲ ਦੇ ਕੇ ਬਹੁਤ ਸਾਰੀ ਗੱਲ ਨੂੰ ਚੰਗੇ ਤਰੀਕੇ ਨਾਲ ਡਿਫਾਈਨ ਕੀਤਾ। ਅਤੇ ਅੱਜ ਤੁਸੀਂ ਹਾਕੀ ਨੂੰ, ਫੀਲਡ ਹਾਕੀ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ, ਵਰਲਡ ਲੈਵਲ ਦੇ ਉੱਤੇ ਕਿਵੇਂ ਦੇਖਦੇ ਹੋ? ਇੰਟਰਨੈਸ਼ਨਲ ਹਾਕੀ ਦੇ ਜਦ ਵਰਲਡ ਲੈਵਲ ਦੇਖੀਏ, ਸਪੋਰਟਸ ਜ਼ਰੂਰੀ ਤਰੱਕੀ ਕਰ ਰਹੀ ਆ। ਸਪੈਸ਼ਲੀ ਆਪਣੀ ਇੰਡੀਆ ਟੀਮ ਜੇ ਦੇਖੀਏ ਹੁਣ, ਬਹੁਤ ਲਾਈਕ ਪਾਸਟ ਜੇ ਹਿਸਟਰੀ ਦੇਖੀਏ ਇੰਡੀਆ ਦੀ, ਇੱਕ ਡਾਊਨ ਟਾਈਮ ਬਹੁਤ ਜ਼ਿਆਦਾ ਆ ਗਿਆ ਸੀ ਬਿਕੋਜ਼ ਆਪਣੀ ਐਕਸਪੈਕਟੇਸ਼ਨ ਬਹੁਤ ਹਾਈ ਸੀ ਉਸ ਟੀਮ ਵਿੱਚ, ਕਿਉਂਕਿ ਆਪਣੀ ਵਰਲਡ ਰੈਂਕਿੰਗ ਬਹੁਤ ਉੱਪਰ ਗਈ ਹੋਈ ਹੈ ਇਨ ਦ ਪਾਸਟ। ਆਪਣੇ ਜਿਹੜੇ ਪੁਰਾਣੇ ਐਥਲੀਟ ਸੀਗੇ, ਫਿਰ ਉਹ ਜਿਹੜਾ ਡਾਊਨ ਟਾਈਮ ਆਇਆਗਾ ਉਹਦੇ ਨਾਲ ਇਹ ਸਪੋਰਟਸ ਨੂੰ ਬਹੁਤ ਹਰਟ ਹੋਇਆ, ਸਪੈਸ਼ਲੀ ਇਨ ਏਸ਼ੀਅਨ ਹਾਕੀ ਵਿੱਚ ਦੇਖਿਆ। ਅਤੇ ਇਸ ਨੂੰ ਰਿਕਵਰ ਵੀ ਬਹੁਤ ਅੱਛੀ ਤਰ੍ਹਾਂ ਨਾਲ ਕੀਤਾ ਗਿਆ ਹੈਗਾ, ਜਿਸ ਹਿਸਾਬ ਨਾਲ ਉਹਨਾਂ ਨੇ ਹੁਣ ਜਿਹੜੀ ਚੀਜ਼ਾਂ ਔਰਗਨਾਈਜ਼ ਕੀਤੀਆਂ ਗਈਆਂ, ਪ੍ਰਮੋਟ ਕੀਤੀਆਂ ਗਈਆਂ, ਮਨੀ ਪੰਪ ਅਪ ਕੀਤੀ ਆ ਟੂ ਬ੍ਰਿੰਗ ਮੋਰ ਕਾਈਂਡ ਆਫ ਇਕਵਿਪਮੈਂਟਸ ਔਰ ਇੰਟਰਨੈਸ਼ਨਲ ਕਾਈਂਡ ਆਫ ਸਕਿੱਲਸ ਔਰ ਨੌਲੇਜ, ਹੈ ਨਾ, ਇਹ ਸਪੋਰਟਸ ਨੂੰ ਵਧਾਉਣ ਵਾਸਤੇ। ਅਤੇ ਉਸੇ ਕਾਰਨ ਨੈਚੁਰਲੀ ਜਦੋਂ ਇਸ ਚੀਜ਼ ਨੂੰ ਪ੍ਰਮੋਸ਼ਨ ਹਰ ਜਗ੍ਹਾ ਤੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ, ਯੂਰਪ ਵਿੱਚ ਹੁਣ ਬੈਲਜੀਅਮ ਦੇਖ ਲਓ, ਹਾਲੈਂਡ ਦੇਖ ਲਓ, ਜਰਮਨੀ ਦੇਖ ਲਓ, ਆਸਟ੍ਰੇਲੀਆ ਦੇਖ ਲਓ, ਇੱਕ ਹਰ ਤਰੀਕੇ ਨਾਲ ਹਰ ਪਾਸੋਂ ਜਦੋਂ ਇੱਕ ਸਪੋਰਟਸ ਨੂੰ ਉਤਸ਼ਾਹ ਮਿਲਣ ਲੱਗ ਜਾਂਦੀ ਹੈ, ਇੱਕ ਸਟੈਪ ਅਪ ਹੋਣ ਲੱਗ ਜਾਂਦਾ, ਉਹਦੇ ਨਾਲ ਨੈਚੁਰਲੀ ਸਪੋਰਟਸ ਉੱਤੇ ਜਾਂਦੀ ਹੈ। ਦੈਟਸ ਦ ਸੇਮ ਥਿੰਗ ਵੀ ਕੈਨ ਸੀ ਨਾਓ, ਫੀਲਡ ਹਾਕੀ ਇਜ਼ ਪ੍ਰੋਗਰੈਸਿੰਗ ਐਂਡ ਇਟਸ ਇੰਪਰੂਵਿੰਗ ਦ ਸਟੇਜ ਇਟ ਯੂਜ਼ਡ ਟੂ ਬੀ ਇਨ ਦ ਪਾਸਟ। ਜੀ। ਅਤੇ ਸਰਦਾਰ ਸਾਹਿਬ, ਤੁਸੀਂ ਇੱਥੇ ਆਏ, 3 ਸਾਲ ਦਾ ਗੈਪ ਪਾਉਣ ਤੋਂ ਬਾਅਦ ਤੁਸੀਂ ਮੁੜ ਹਾਕੀ ਸ਼ੁਰੂ ਕਰਦੇ ਹੋ। ਬਹੁਤ ਸਾਰੇ ਤੁਹਾਡੇ ਵਾਂਗੂ ਹੋਰ ਵੀ ਖਿਡਾਰੀ ਨੇ ਜਿਹੜੇ ਭਾਰਤ ਦੇ ਵਿੱਚ ਇੱਕ ਚੰਗਾ, ਆਪਾਂ ਜੇ ਗੱਲ ਕਰੀਏ ਚੰਗੀ ਰੈਂਕਿੰਗ 'ਤੇ ਸੀ, ਚੰਗੀ ਸਪੋਰਟਸ ਖੇਡਦੇ ਸੀ, ਚੰਗਾ ਉਹਨਾਂ ਦਾ ਨਾਂ ਸੀਗਾ ਉੱਥੇ, ਪਰ ਉਹ ਫਿਰ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਜਾਂਦੇ ਆ ਤਾਂ ਉਹ ਕਿਤੇ ਨਾ ਕਿਤੇ ਸਪੋਰਟਸ ਉਹਨਾਂ ਦੇ ਕੋਲੋਂ ਹੱਥਾਂ 'ਚੋਂ ਨਿਕਲ ਜਾਂਦੀ ਆ, ਅਤੇ ਬਹੁਤ ਸੁਪਨੇ ਹੁੰਦੇ ਆ ਵੀ ਮੈਂ ਮੁੜ ਸਪੋਰਟਸ ਸਟਾਰਟ ਕਰਾਂ। ਸੋ ਅਜਿਹੇ ਜਿਹੜੇ ਖਿਲਾੜੀ ਆਪਣੀਆਂ ਜਿਹੜੀਆਂ ਕੰਟਰੀਜ਼ ਨੇ, ਨੇਟਿਵ ਜਿਹੜੇ ਉਹਨਾਂ ਦੇ ਮੁਲਕ ਨੇ, ਉਹਨਾਂ ਨੂੰ ਛੱਡ ਕੇ ਜਦੋਂ ਦੂਜੀ ਕੰਟਰੀ 'ਚ ਵਿਚਰਦੇ ਆ, ਉਹਨਾਂ ਲਈ ਤੁਸੀਂ ਕੀ ਸੁਨੇਹਾ ਦਿੰਦੇ ਹੋ ਵੀ ਉਹ ਕਿੱਦਾਂ ਇਸ ਨੂੰ ਕੰਟੀਨਿਊ ਕਰ ਸਕਦੇ ਆ? ਵੀ ਜੀ ਮੈਂ ਤਾਂ ਸਿੰਪਲ ਇਹੀ ਦੱਸੂੰਗਾ ਕਿ ਜੇ ਤੁਹਾਡਾ ਕੋਈ ਡਰੀਮ ਹੈਗਾ, ਮੈਂ ਇੰਡੀਆ ਵਿੱਚ ਜੰਮਿਆ ਪਲਿਆ ਸੀ, ਮੇਰਾ ਡਰੀਮ ਸੀਗਾ ਕਿ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰਨਾ ਇਨ ਓਲੰਪਿਕਸ। ਮੇਰਾ ਡਰੀਮ ਜਿਹੜਾ ਸੀਗਾ ਉਹ ਮੈਂ ਸਿਕਿਉਰ ਕਰਕੇ ਰੱਖਿਆ, ਆਈ ਪ੍ਰੋਟੈਕਟਡ ਇਟ, ਆਈ ਵਾਜ਼ ਡਿਸਿਪਲਿਨਡ ਅਬਾਊਟ ਇਟ। ਗੁਰੂ ਸਾਹਿਬ ਨੇ ਮੈਨੂੰ ਕਿਤੋਂ ਨਾ ਕਿਤੋਂ ਕਰਕੇ ਉਹ ਹੈਂਡ ਓਵਰ ਮੈਨੂੰ ਦਿੱਤਾ, ਬਿਕੋਜ਼ ਆਈ ਹੈਵ ਨਹੀਂ ਕਹਿਣਾ ਚਾਹੁੰਦਾ ਹੈ ਕਿ ਲਾਈਕ ਮੈਂ ਖੁਦ ਕੀਤਾ, ਬਿਕੋਜ਼ ਸਮਥਿੰਗ ਐਲਸ ਇਜ਼ ਦੇਅਰ ਕਿ ਜਿਹਨੇ ਮੈਨੂੰ ਇਹ ਰਾਸਤੇ ਵਿੱਚ ਪਾਇਆ ਔਰ ਇਸ ਰਸਤੇ 'ਚ ਹੀ ਰੱਖਿਆ ਮੈਨੂੰ, ਅਤੇ ਇਸ ਚੀਜ਼ ਨੂੰ ਮੈਨੂੰ ਹਰ ਸਮੇਂ ਪੁਸ਼ ਦਿੱਤਾ ਗਿਆ ਕਿ ਲਾਈਕ ਹਾਂ ਵੀ ਤੁਹਾਨੂੰ ਅਚੀਵ ਕਰਨਾ ਹੈ, ਅਚੀਵ ਕਰਨਾ। ਉਵੇਂ ਹੀ ਜੇ ਤੁਹਾਡਾ ਕੋਈ ਡਰੀਮ ਹੈਗਾ ਉਹਨੂੰ ਪ੍ਰੋਟੈਕਟ ਕਰਕੇ ਰੱਖੋ। ਅੱਜ ਨਹੀਂ
ਕੱਲ ਨਹੀਂ ਭਲਕੇ ਉਹ ਤੁਹਾਨੂੰ ਵਾਪਸ ਉਹ ਜ਼ਿੰਦਗੀ 'ਚ ਆਊਗਾ 100% ਮਿਲੂਗਾ ਉਹਨੂੰ ਕਹੋ ਆਪਣੇ ਆਪ ਨੂੰ ਇੰਨਾ ਗ੍ਰਾਈਂਡ ਕਰ ਲਓ ਕਿ ਇੰਨਾ ਸ਼ਾਈਨ ਕਰ ਲਓ ਕਿ ਉਹ ਤੁਸੀਂ ਆਪਣੇ ਆਪ ਹੀ ਦਿਖੋ ਜੇ ਡ੍ਰੀਮ ਸਾਨੂੰ ਆਪਣੇ ਆਪ ਹੀ ਦਿਖਣ ਲੱਗ ਜੂ ਵੀ ਇਹ ਸਾਡਾ ਡ੍ਰੀਮ ਹੈ ਤੇ ਅਸੀਂ ਇਹ ਪੂਰਾ ਕਰਨਾ। ਬਸ ਹਾਂਜੀ, ਆਪਣੇ ਆਪ ਨੂੰ ਇੰਨਾ ਸ਼ਾਈਨ ਕਰ ਲਓ, ਆਪਣੇ ਆਪ ਨੂੰ ਪੋਲਿਸ਼ ਕਰੋ ਇੰਨਾ ਜ਼ਿਆਦਾ ਕਿ ਨੈਚੁਰਲੀ ਉਹ ਜਿਹੜੀ ਸਕਸੈਸ ਆ ਉਹ ਤੁਹਾਡੇ ਕੋਲੇ ਆਵੇ ਇੰਸਟੈਡ ਆਫ ਯੂ ਆਰ ਲੁਕਿੰਗ ਫॉर ਸਕਸੈਸ। ਦੈਟਸ ਵਾਟ ਮਾਈ। ਇਸ ਲਈ ਦੂਜੀ ਗੱਲ ਹੋਰ ਇਹੀ ਐਡ ਕਰਨਾ ਚਾਹੁੰਦਾ ਹਾਂ, ਜਿੰਨੇ ਵੀ ਐਥਲੀਟ ਜਿਹੜੇ ਹੁਣ ਆਪਣੀ ਬਾਹਰਲੀਆਂ ਕੰਟਰੀ 'ਚ ਆ ਜਾਂਦੇ ਆ, ਉਹ ਜੇ ਸਪੋਰਟਸ ਕਰਨਾ ਚਾਹੁੰਦੇ ਹੋ ਜਾਂ ਉਹਨੂੰ ਕੋਈ ਪ੍ਰੋਬਲਮਸ ਹੁੰਦੀਆਂ ਫੇਸ ਹੁੰਦੀਆਂ ਜਾਂ ਉਹਨਾਂ ਨੇ ਮੈਂਟਲੀ ਉਹਨਾਂ ਨੇ ਆਪਣੇ ਆਪ ਨੂੰ ਹੈਲਪ ਲੈਣੀ ਆ, I will always be there. ਸਰਦਾਰ ਸਾਹਿਬ always be there to help them. ਕੀ ਬਾਤ ਹੈ, ਬਹੁਤ ਖੂਬਸੂਰਤ। ਸਰਦਾਰ ਸਾਹਿਬ ਨੇ ਕਿਹਾ ਕਿ ਮੈਂ ਹੈਗਾ, ਜੇ ਕੋਈ ਹੈਲਪ ਲੈਣਾ ਚਾਹੁੰਦੇ ਹੋ ਤਾਂ ਸਰਦਾਰ ਜਗਦੀਸ਼ ਸਿੰਘ ਗਿੱਲ ਹੁਣੀ ਹੈਗੇ ਆ, ਤੁਹਾਡੀ ਹੈਲਪ ਕਰਨਗੇ। ਤੇ ਸਰਦਾਰ ਸਾਹਿਬ ਤੁਸੀਂ ਪਿੱਛੇ ਵੀ ਗੱਲ ਕਰਕੇ ਹਟੇ ਹੋ ਕਿ ਉੱਧਰ ਸਾਨੂੰ ਵੱਡੀਆਂ ਰੈਂਕ ਮਿਲ ਜਾਂਦੀਆਂ, SP DSP ਤੱਕ ਸਾਡੇ ਜਿਹੜੇ ਚੰਗੇ ਖਿਡਾਰੀ ਨੇ ਜਦੋਂ ਚੰਗਾ ਪਰਫਾਰਮ ਕਰਦੇ ਆ ਉੱਥੋਂ ਤੱਕ ਉਸ ਅਹੁਦੇ ਤੱਕ ਪਹੁੰਚਦੇ ਆ। ਸੋ ਇਹਨਾਂ ਮੁਲਕਾਂ ਦੇ ਵਿੱਚ ਵੀ ਕੀ ਉਹੋ ਜਿਹੀਆਂ ਅਪੋਰਚੁਨਿਟੀਜ਼ ਸਪੋਰਟਸ ਪਲੇਅਰ ਦੇ ਲਈ ਹੈਗੀਆਂ ਨੇ? ਇਨ ਫਿਊਚਰ ਆ ਰਹੀਆਂ ਜੀ। ਹਾਂਜੀ, ਹੁਣ ਜਦੋਂ ਦਾ ਮੈਂ ਸ਼ੁਰੂ ਕੀਤਾ ਸੀ ਅਤੇ ਹੁਣ ਦਾ ਜੇ ਟਾਈਮ ਦੇਖਾਂ ਬਹੁਤ ਡਿਫਰੈਂਸ ਆ, ਬਹੁਤ ਡਿਫਰੈਂਟ ਮੈਂ ਫੀਲ ਕੀਤਾ ਹੈ। ਕਿਉਂਕਿ ਹੁਣ ਜਿਹੜੀਆਂ ਵੱਡੀਆਂ ਜਿਹੜੀਆਂ ਕੰਪਨੀਜ਼ ਹੈਗੀਆਂ, ਕਾਰਪੋਰੇਸ਼ਨਸ ਹੈਗੀਆਂ, ਹੁਣ ਜਿਹੜੀ ਆਪਣੀ ਕੈਨੇਡੀਅਨ ਓਲੰਪਿਕ ਕਮੇਟੀ ਆ ਅਤੇ ਆਰਗੇਨਾਈਜੇਸ਼ਨਸ ਨੇ, ਉਹ ਹੁਣ ਸਾਰੀਆਂ ਇਕੱਠੀਆਂ ਹੋ ਕੇ ਇੱਕ ਫਲੈਕਸੀਬਿਲਿਟੀ ਦੇ ਰਹੀਆਂ ਹੈਗੀਆਂ ਪ੍ਰੋਫੈਸ਼ਨਲ ਐਥਲੀਟ ਨੂੰ ਕਿ ਉਹ ਸਪੋਰਟਸ ਸਟੱਡੀ ਅਤੇ ਫਲੈਕਸੀਬਲ ਆਵਰਸ ਕੰਮ ਵੀ ਕਰ ਸਕਦੇ ਟੂ ਗੇਨ ਦੈਟ ਐਕਸਪੀਰੀਅੰਸ। ਐਂਡ ਉਹ ਐਕਚੁਅਲ ਅੱਡ ਇੱਕ ਕੈਟੇਗਰੀ ਬਣੀ ਗਈ ਹੈ ਉਹਨਾਂ ਆਰਗੇਨਾਈਜੇਸ਼ਨ ਕਾਰਪੋਰੇਸ਼ਨ ਵਿੱਚ। ਉਹ ਆਲਵੇਜ਼ ਪ੍ਰੈਫਰੈਂਸਿਸ ਦਿੰਦੇ ਆ ਸਪੋਰਟਸ ਨੂੰ, ਬਿਕੋਜ਼ ਐਟ ਦੀ ਐਂਡ ਆਫ ਦਾ ਡੇ ਉਹ ਹੁਣ ਉਸ ਵੈਲਿਊ ਨੂੰ ਸਮਝਦੇ ਆ ਕਿ ਸਪੋਰਟਸਮੈਨ ਕੋਲੇ ਕੀ ਚੀਜ਼ ਆ ਜਿਹੜੀ ਕਿ ਉਹ ਯੂਜ਼ ਕਰ ਸਕਦੇ ਆ। ਠੀਕ ਹੈ ਨਾ, ਐਜ਼ ਅ ਟੀਮ ਓਰੀਐਂਟਿਡ ਪਲੇਅਰ, ਗੋਲ ਓਰੀਐਂਟਿਡ ਪਰਸਨ ਐਂਡ ਹਾਂਜੀ ਮੋਟੀਵੇਟਿਡ, ਹਾਂਜੀ ਆਲ ਦੋਜ਼ ਕਾਈਂਡ ਆਫ ਥਿੰਗਸ ਉਹਨਾਂ ਨੂੰ ਪਤਾ ਹੈ ਆਲਰੇਡੀ ਇਹਨਾਂ ਦੇ ਵਿੱਚ ਹੈਗੀਆਂ। ਠੀਕ ਹੈ ਜੀ, ਉਹ ਉਸ ਚੀਜ਼ ਨੂੰ ਮੋਲਡ ਕਰਦੇ ਆ, ਯੂਜ਼ ਕਰਦੇ ਆ ਆਪਣੇ ਪ੍ਰੋਫੈਸ਼ਨ ਵਿੱਚ, ਔਰ ਉਹ ਚੀਜ਼ਾਂ ਹੁਣ ਆ ਰਹੀਆਂ ਹੈਗੀਆਂ ਡੈਫੀਨੇਟਲੀ ਜੀ। ਤੇ ਤੁਸੀਂ ਮੈਨੀਟੋਬਾ ਕੱਪ ਖੇਡਣ ਲਈ ਆਏ ਹੋ, ਕਿਹੜੇ ਕਲੱਬ ਦੇ ਵੱਲੋਂ ਆਏ ਹੋ ਤੇ ਕੀ ਆਸ ਰੱਖਦੇ ਹੋ ਮੈਨੀਟੋਬਾ ਕੱਪ ਦੇ ਵਿੱਚ? ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਤੁਹਾਡਾ ਰਹਿਣ ਵਾਲਾ? ਹਾਂਜੀ, ਇਸ ਮੈਨੀਟੋਬਾ ਕੱਪ ਵਿੱਚ ਮੈਂ ਪਿਛਲੇ ਸਾਲਾਂ ਤੋਂ ਵੀ ਆ ਰਿਹਾ ਗਾ। ਮੈਂ ਆਪਣੀ ਆਪ ਦੀ ਕਲੱਬ ਹੈਗੀ ਹੈ ਜੀ, ਆਪਣੀ ਆਪ ਦੀ ਅਕੈਡਮੀ ਹੈਗੀ ਹੈ ਬੱਚਿਆਂ ਦੀ, ਵੁਲਵਰੀਨਸ ਫੀਲਡ ਹਾਕੀ ਕਲੱਬ, ਇਹ ਐਬਸਪੋਰਟ ਵਿੱਚ ਹੈਗੀ ਹੈ ਜੀ। ਓਕੇ, ਹਾਂਜੀ, ਇਹ ਆਪਣੇ ਬੱਚਿਆਂ ਨੂੰ ਆਪਾਂ ਆਲਵੇਜ਼ ਐਵਰੀ ਸਿੰਗਲ ਟਾਈਮ ਮੈਂ ਜਦੋਂ ਇੱਥੇ ਆਉਣਾ ਬੱਚਿਆਂ ਦੀ ਟੀਮ ਲੈ ਕੇ ਆਉਣਾ ਗਾ, ਮੈਂ ਆਪਣੇ ਆਪ ਬੱਚਿਆਂ ਦੇ ਵਿੱਚ ਖੇਡਦਾ ਗਾ। ਜਿਹੜੀ ਚੀਜ਼ ਕੁਦਰਤ ਨੇ ਮੈਨੂੰ ਦਿੱਤੀ ਹੈ ਮੈਂ ਪਾਸ ਔਨ ਕਰ ਸਕਾਂ ਉਹਨਾਂ ਨੂੰ ਅਤੇ ਉਹ ਉਸ ਚੀਜ਼ ਨੂੰ ਇੰਪਰੂਵ ਕਰ ਸਕਣ। ਅਤੇ ਇਸ ਮੈਨੀਟੋਬਾ ਕੱਪ ਵਿੱਚ ਇਹੀ ਇੱਕ ਫੋਕਸ ਹੁੰਦਾ ਹੈ ਕਿ ਹਾਂ ਵੀ ਇੱਥੋਂ ਦੀ ਜਨਰੇਸ਼ਨ ਅਤੇ ਹੁਣ ਦੇ ਜਿਹੜੇ ਹੈਗੇ ਆ ਪਲੇਅਰ, ਜੇ ਐਟਲੀਸਟ ਕੁਛ ਮੇਰੇ ਵੱਲੋਂ ਜੇ ਮੈਂ ਕੁਛ ਉਹਨਾਂ ਨੂੰ ਦੇ ਸਕਾਂ ਤਾਂ ਆਲਵੇਜ਼ ਬੀ ਹੈਪੀ ਟੂ ਡੂ ਦੈਟ। ਅਤੇ ਦੈਟਸ ਦਾ ਓਨਲੀ ਰੀਜ਼ਨ ਮੈਂ ਇਸ ਟੂਰਨਾਮੈਂਟ ਵਿੱਚ ਆਉਣਾ ਗਾ ਅਤੇ ਇਸ ਟੂਰਨਾਮੈਂਟ ਨੂੰ ਸਾਥ ਦਿੰਦਾ ਗਾ ਕਿ ਆਪਾਂ ਇਹ ਸਪੋਰਟਸ ਨੂੰ ਗਰੋ ਕਰਨਾ ਆਪਣੇ ਵਿੱਚ, ਕਿਉਂਕਿ ਇਹ ਆਪਣੇ ਬਲੱਡ ਵਿੱਚ ਹੈਗੀ ਹੈ ਜੀ। ਇਸ ਨੂੰ ਅੱਗੇ ਦੇਖਣਾ ਚਾਹੁੰਦਾ ਹੈ ਕਿ ਕਿੰਨੀ ਹਾਂ ਵੀ ਕਿੰਨੀ ਗਰੋ ਹੋਵੇ, ਇਹ ਆਪਣੀ ਕਮਿਊਨਿਟੀ ਵਿੱਚ ਆਵੇ, ਕਿਉਂਕਿ ਆਪਣੀ ਕਮਿਊਨਿਟੀ 'ਚ ਇਹ ਅੱਡ ਨਹੀਂ ਹੋਣੀ ਚਾਹੀਦੀ ਗੀ। ਬਿਕੋਜ਼ ਲੋਟਸ ਆਫ ਥਿੰਗਸ ਆਰ ਦੇਅਰ ਕਿ ਜੇ ਆਪਣੇ ਬੱਚਿਆਂ ਨੂੰ ਅੱਜ ਦੀ ਜਨਰੇਸ਼ਨ ਨੂੰ ਸਪੋਰਟਸ ਵਿੱਚੋਂ ਬਹੁਤ ਲੈਕ ਹੋ ਰਹੇ ਨੇ। ਰੀਜ਼ਨ ਟੈਕਨੋਲੋਜੀ ਹੈਗੀ, ਆਈ ਡੋਂਟ ਵਾਂਟ ਟੂ ਗੋ ਇਨਟੂ ਦੈਟ ਟੌਪਿਕ। ਠੀਕ ਹੈ ਨਾ, this is the only reason why I'm here in Manitoba Cup. Okay, ਸੋ ਇੱਕ ਆਖਰੀ ਸਵਾਲ ਹੈ ਕਿ ਕੀ ਸੁਨੇਹਾ ਤੁਸੀਂ ਦੁਨੀਆ ਭਰ ਦੇ ਵਿੱਚ ਜਿਹੜੇ ਸਪੋਰਟਸ ਖਿਡਾਰੀ ਨੇ ਜਿਹੜੇ ਤੁਹਾਡੇ ਵਾਂਗੂ ਹੀ ਡਰੀਮ ਰੱਖਦੇ ਨੇ ਕਿ ਮੈਂ ਓਲੰਪਿਕਸ ਦੇ ਵਿੱਚ ਜਾਣਾ, ਮੈਂ ਆਪਣੇ ਨਾਂ ਦੇ ਅੱਗੇ ਓਲੰਪੀਅਨ ਲਿਖਾਉਣਾ, ਮੈਂ ਆਪਣੇ ਨਾਂ ਦੇ ਅੱਗੇ ਕਾਮਨਵੈਲਥ ਪਲੇਅਰ ਲਿਖਾਉਣਾ, ਵੀ ਕੀ ਸੁਨੇਹਾ ਤੁਸੀਂ ਦਾ ਪੰਜਾਬ ਟਾਕਸ ਦੇ ਰਾਹੀਂ ਉਹਨਾਂ ਨੂੰ ਦੇਣਾ ਚਾਹੋਗੇ? ਮੈਂ ਵੀਰ ਜੀ ਬਸ ਇੱਕੋ ਹੀ ਕਹਿਣਾ ਚਾਹੁੰਦਾ, ਜੇ ਤੁਹਾਡਾ ਡਰੀਮ ਹੈਗਾ ਗਾ, ਜੇ ਤੁਸੀਂ ਸੋਚਦੇ ਹੋ ਰੀਅਲੀ ਸੱਚਾ ਡਰੀਮ ਹੈਗਾ ਗਾ, ਤੁਹਾਨੂੰ 100% ਮਿਲੂਗਾ। ਬਟ ਉਹ ਡਰੀਮ ਨੂੰ ਪਾਉਣ ਵਾਸਤੇ ਤੁਹਾਨੂੰ ਵਰਕ ਹਾਰਡ ਜਾਰੀ ਰੱਖਣਾ ਚਾਹੀਦਾ ਗਾ। ਔਰ ਉਹਦੀ ਜਿਹੜੀ ਹੋਪ ਹੈਗੀ ਆ, ਉਹ ਕਦੇ ਆਪਦੇ ਆਪ ਨੂੰ ਬਿਲੀਵ ਕਰੋ, ਸੈਲਫ ਕੌਨਫੀਡੈਂਸ ਜ਼ਰੂਰ ਰੱਖੋ ਆਪਦੇ ਵਿੱਚ। ਔਰ ਉਹ ਜਿਹੜੀ ਬਿਲੀਵ ਹੈ ਨਾ, ਉਹ ਤੁਹਾਨੂੰ ਗ੍ਰਾਈਂਡ ਵੀ ਕਰੂਗੀ ਔਰ ਉਹ ਤੁਹਾਨੂੰ ਉਹ ਮੁਕਾਮ 'ਤੇ ਪਹੁੰਚਾਊਗੀ ਵੀ ਜ਼ਰੂਰ। ਕਿਆ ਬਾਤ ਹੈ, ਬਹੁਤ ਖੂਬ। ਬਿਲਕੁਲ, ਅਸੀਂ ਵਿੱਚ ਜੀ ਵੀ ਕਿਹਾ ਸੀ ਕਿ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਇੱਕ ਬੜਾ ਸੋਹਣਾ ਇਹਨਾਂ ਨੇ ਜਵਾਬ ਵੀ ਦਿੱਤਾ ਇਸ ਗੱਲ ਨੂੰ ਕਿ ਜੇ ਤੁਹਾਡਾ ਕੋਈ ਸੁਪਨਾ ਆ ਤਾਂ ਅਫਕੋਰਸ ਤੁਸੀਂ ਕੋਈ ਨਾ ਕੋਈ ਜਿਹੜਾ ਪੱਥਰ ਹੈ, ਵੱਡਾ ਪੱਥਰ ਹੈ, ਚਾਹੇ ਉਹ ਛੋਟਾ ਪੱਥਰ ਹੈ, ਉਹਨੂੰ ਪਾੜ ਕੇ ਤੁਸੀਂ ਉੱਗੋਗੇ।